ਨਿਸਬਾ ਸੁਰਿਆਰਾਸ ਕਾਰ ਤੁਝੇ ਨ ਵਿਆਪਈ ਨਾਨਕ ਮਿਟੈ ਉਪਾਤ। ਕਾਰ ਤੁਝੇ ਨ ਵਿਆਪਈ ਨਾਨਕ ਮਿਟੈ ਉਪਾਤ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਦਾਤਾਰ ਪਿਤਾ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀਆਂ ਦੀ ਅਪਰਪਾਰ ਮਿਹਰਾਮਤ ਹੈ। ਸਵੇਰ ਸਮੇਂ ਇਸ ਗੁਰਦਰਬਾਰ ਦੀ ਆਭਾ ਨੂੰ ਅਸੀਂ ਮਾਣ ਰਹੇ ਹਾਂ। ਪ੍ਰਭਾਤ ਸਮੇਂ ਤੋਂ ਚੱਲ ਰਹੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਸੰਪੂਰਨ ਕੀਰਤੀ ਸੰਪੰਨ ਹੋਈ। ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਜੋ ਗੁਰਬਚਨ ਗੁਰਵਾਕ ਹੈ, ਗੁਰ ਹੁਕਮ ਗਿਆਨੀ ਜੀ ਨੇ ਸਾਨੂੰ ਉਹ ਦੁਹਰਾ ਕੇ ਸਰਵਨ ਕਰਵਾਇਆ। ਅਗਲੇਰਾ ਸਮਾਂ ਗੁਰਬਾਣੀ ਵਿਆਖਿਆ, ਖਾਸ ਕਰਕੇ ਜੋ ਅੱਜ ਦਾ ਹੁਕਮਨਾਮਾ ਆ, ਉਹਦੀ ਵਿਆਖਿਆ ਵਿਵੇਚਨਾ ਨਾਲ ਸਾਂਝ ਪਾਉਣ ਦਾ ਆ। ਆਪ ਜੀ ਨੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕਰ ਲਿਆ ਹੈ। ਰਾਗ ਧਨਹਾਸਰੀ ਦੀ ਰਚਨਾ ਹੈ। ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਆਓ ਮਰਿਆਦਿਤ ਢੰਗ ਦੇ ਨਾਲ ਗੁਰਵਾਕਾਂ ਦੀ ਤਕਰੀਰ ਪ੍ਰਾਰੰਭ ਕਰੀਏ। ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੁੱਖ ਸੁਨੇਹਾ ਹੈ ਇਸ ਪਾਵਨ ਸ਼ਬਦ ਦਾ, ਸਭ ਜ਼ਿਕਰ ਕਰਦੇ ਨੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਜਿਹਵਾ ਏਕ ਕਵਨ ਗੁਣ ਕਹੀਐ। ਬੰਦੇ ਦੀ ਜਿਹੜੀ ਇਹਦੀ ਕਿਹਾ ਜਾਏ ਕਿ ਐਬਿਲਿਟੀ ਹੋ ਕੇ ਵੀ ਜਿਹੜੀ ਇਹਦੇ ਕੋਲ ਅਨਐਬਿਲਿਟੀ ਹੈ, ਭਾਵ ਸਮਰੱਥ ਹੋ ਕੇ ਵੀ ਅਸਮਰੱਥ ਹੋਣਾ। ਜੇ ਦੇਖਿਆ ਜਾਏ ਤੇ ਬੰਦੇ ਨੂੰ ਕੁਦਰਤ ਨੇ ਬਹੁਤ ਕੁਝ ਦੇ ਕੇ ਨਵਾਜਿਆ। ਜਿੱਥੇ ਇਹ ਦੋ ਪੈਰਾਂ ਤੇ ਤੁਰਦਾ ਆ, ਉਮਦਾ ਸਰੀਰ ਆ, ਖਾਣ ਪਾਣ ਰਹਿਣ ਸਹਿਣ ਕੁਦਰਤ ਦੇ ਹੋਰ ਜੀਆਂ ਜਨਤਾ ਨਾਲੋਂ ਆਪਣੇ ਆਪ ਵਿੱਚ ਸੁਪੀਰੀਅਰ ਮੰਨਦਾ ਉਸ ਸਭ ਦੇ ਰੂਪ ਦੇ ਵਿੱਚ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਕੋਲ ਅਕਲ ਹੈ, ਦਿਮਾਗ ਹੈ, ਸੋਝੀ ਹੈ, ਅਤੇ ਉਹ ਸਾਰੇ ਦੇ ਨਾਲ ਫਿਰ ਸੰਸਾਰ ਦੇ ਵਿੱਚ ਦਾ ਰਹਿਣਾ, ਵਿਚਰਨਾ, ਦੂਜਿਆਂ ਨਾਲ ਰਾਫਤੇਦਾਰੀ ਕਰਨੀ, ਇਹ ਜੀਆਂ ਜਨਤਾ ਨਾਲੋਂ ਮਨੁੱਖਾਂ ਦੇ ਆਪਣੇ ਸੋਚਣ ਦੇ ਮੁਤਾਬਕ ਬੜਾ ਆਲਾ ਅਤੇ ਬੜਾ ਉਮਦਾ ਹੈ। ਫਿਰ ਇਹ ਇਸੇ ਦੇ ਨਾਲ ਹੀ ਇਹਨੇ ਫਿਰ ਆਪਣੇ ਅੰਦਰ ਦੀ ਦੁਨੀਆ ਨੂੰ ਸਹੇਜਦਿਆਂ ਸਮਝਦਿਆਂ ਜੋ ਅਸਲ ਦਾ ਕਰਤਾ ਆ, ਬਣਾਉਣ ਵਾਲਾ, ਸਾਜਣ ਵਾਲਾ, ਉਹਦੇ ਬਾਰੇ ਵੀ ਕੁਝ ਤਸੱਵੁਰ, ਕੁਝ ਉਹਨੇ ਉਹਦੇ ਬਾਰੇ ਆਪਣੇ ਆਪ ਨੂੰ ਜਾਣਕਾਰ ਕੀਤਾ, ਸੋਝੀ ਲਈ ਉਹ ਸਾਰੇ ਦੇ ਵਿੱਚ। ਫਿਰ ਉਸ ਕਰਤਾਰ ਦੀ ਬਣਾਈ ਕੁਦਰਤ ਤੇ ਕਰਤਾਰ ਦੋਵਾਂ ਦੀ ਸਤੁਤੀ, ਤਾਰੀਫ, ਵਡਿਆਈ, ਇਹ ਵੀ ਮਨੁੱਖ ਨੇ ਸਮਝਣ ਕਰਨ ਦਾ ਯਤਨ ਕੀਤਾ। ਗੁਰੂ ਮਹਾਰਾਜ ਨੇ ਬਾਣੀ 'ਚ ਵਾਰ-ਵਾਰ ਬਿਆਨ ਕੀਤਾ ਕਿ ਜੇ ਅਸੀਂ ਦੇਖੀਏ ਅਕਾਲ ਪੁਰਖ ਵਾਹਿਗੁਰੂ ਜਿਹੜਾ ਆ, ਜਿਹਨੇ ਸਭ ਸਿਰਜਿਆ ਬਣਾਇਆ ਹੈ, ਅਸੀਂ ਉਹਦਾ ਤੇ ਅੰਤ ਥੋਕ ਹੀ ਪਾਵਾਂਗੇ। ਜੋ ਉਹਨੇ ਬਣਾ ਕੇ ਦਿੱਤਾ ਸਾਨੂੰ, ਸਾਡੇ ਲਈ ਉਹਦਾ ਵੀ ਅੰਤ ਪਾਉਣਾ ਨਾਮੁਮਕਿਨ ਹੈ।
ਗੁਰੂ ਨਾਨਕ ਸਾਹਿਬ ਦੇ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ। ਮਹਾਰਾਜ ਜ਼ਿਕਰ ਕਰਦੇ ਨੇ, ਬਲਿਹਾਰੀ ਕੁਦਰਤ ਵਸਿਆ। ਕੁਦਰਤ ਕਰਕੇ ਜਿਹੜਾ ਤੂੰ ਵਸੇਬਾ ਲੈ ਕੇ ਬੈਠਾ ਆ ਜ਼ਰਰੇ ਜ਼ਰਰੇ ਦੇ ਵਿੱਚ, ਮੈਂ ਤੇਰੇ ਤੋਂ ਬਲਿਹਾਰ ਜਾਣਾ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੁਝ ਬੇਅੰਤ ਦਾ ਅੰਤ ਅਸੀਂ ਕੀ ਲਿਖਾਂਗੇ, ਤੇਰੇ ਬਾਬਤ ਅਸੀਂ ਕੀ ਬਿਆਨ ਕਰਾਂਗੇ, ਕੀ ਸਮਝਾਂਗੇ, ਕਿ ਉਸ ਲੈਵਲ 'ਤੇ ਅਸੀਂ ਕਹਾਂਗੇ ਕਿ ਹਾਂ ਅਸੀਂ ਇਸ ਸਭ ਬਾਰੇ ਜਾਣਕਾਰ ਹੋ ਗਏ ਹਾਂ। ਅੱਜ ਦੇ ਹਾਲਾਤਾਂ 'ਤੇ ਬਾਤ ਕਰੀਏ। ਕਰੋਨਾ ਵਾਇਰਸ ਕੋਵਿਡ-19 ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਅਤੇ ਜੇ ਇਸ ਤੋਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਓ ਤਾਂ ਇੰਝ ਲੱਗ ਰਿਹਾ ਸੀਗਾ ਜਿਵੇਂ ਮੈਡੀਕਲ ਵਰਲਡ ਨੂੰ ਵੇਖ ਕੇ ਲੋਕ ਇਹ ਕਹਿੰਦੇ ਸੀਗੇ ਕਿ ਬਸ ਹੁਣ ਤਾਂ ਪਰਫੈਕਟ ਆ, ਕੰਮ ਬਣ ਗਿਆ। ਕੋਈ ਐਸੀ ਚੀਜ਼ ਨਹੀਂ ਜਿਹਦਾ ਟਰੀਟਮੈਂਟ ਨਹੀਂ, ਜਿਹਦਾ ਇਲਾਜ ਨਹੀਂ। ਮਤਲਬ ਜੇ ਇਲਾਜ ਵੀ ਹੈ ਦੂਜੇ ਨੰਬਰ 'ਤੇ ਹਰ ਚੀਜ਼ ਨੂੰ ਸਮਝਣ ਸਮਝਾਉਣ ਦੀ ਸਮਰੱਥਾ ਬੰਦੇ 'ਚ ਆ ਗਈ ਹੈ। ਛੋਟਾ ਜਿਹਾ ਸਮਾਂ ਬਣਿਆ, ਇਸ ਛੋਟੇ ਜਿਹੇ ਸਮੇਂ ਦੇ ਵਿੱਚ ਜਿਹਨੂੰ ਅਸੀਂ ਕਹਿ ਲਈਏ ਕਿ ਇੱਕ ਬਹੁਤ ਹੀ ਟਾਈਨੀ ਸਪੈਕ ਜਿਹੜਾ ਇੱਕ ਵਾਇਰਸ ਹੈਗਾ ਆ, ਉਹਦੀ ਆਮਦ ਹੁੰਦੀ ਹੈ। ਪੂਰੀ ਦੁਨੀਆ ਜਿਹੜੀ ਇੱਕਦਮ ਬੰਦੇ ਦੀ ਬਣਾਈ ਹੋਈ, ਸਾਰੇ ਦੀ ਸਾਰੀ ਇਹ ਸਲਤਨਤ, ਇਹ ਸਾਰੇ ਦਾ ਸਾਰਾ ਜਿਹੜਾ ਇਹਨੇ ਸਿਵਲਾਈਜੇਸ਼ਨ ਕ੍ਰੀਏਟ ਕੀਤੀ ਹੈ, ਇਹ ਅਪਸਾਈਡ ਡਾਊਨ ਹੋ ਜਾਂਦੀ ਹੈ। ਜਿਹੜਾ ਬੰਦਾ ਇਹ ਸਮਝਦਾ ਸੀਗਾ ਕਿ ਮੈਂ ਤੇ ਕਮਾਲ ਕੀਤੀ ਪਈ ਹੈ, ਉਸ ਨੂੰ ਪਤਾ ਲੱਗਾ ਕੋਈ ਕਮਾਲ ਨਹੀਂ ਗੀ। ਜੋ ਕੁਦਰਤ ਦੇ ਨਿਯਮ ਤੇ ਕੁਦਰਤ ਦਾ ਅਸੂਲ ਆ, ਜਿਹਨੂੰ ਬਾਣੀ ਨੇ ਵੀ ਬਿਆਨ ਕੀਤਾ ਕਿ ਜਲ ਤੇ ਥਲ ਕਰ ਥਲ ਤੇ ਕੂਪ, ਕੂਪ ਤੇ ਮਿਹਰ ਕਰਾਈ, ਇਹ ਨਿਯਮ ਹੈ ਉਹਦਾ। ਜੇ ਦੇਖੋਗੇ ਜਿੱਥੇ ਜਲ ਆ ਉੱਥੇ ਥਲ ਬਣ ਜਾਂਦਾ ਹੈ, ਜਿੱਥੇ ਥਲ ਆ ਉੱਥੇ ਵੱਡੀਆਂ ਵੱਡੀਆਂ ਖਾਈਆਂ ਬਣ ਜਾਂਦੀਆਂ ਨੇ। ਅਤੇ ਅਸੀਂ ਕਈ ਵਾਰੀ ਸੋਚਦੇ ਕਿਵੇਂ ਹੋ ਸਕਦਾ ਹੈ, ਭਈ ਹੋਇਆ ਹਵਾਇਆ ਹੀ ਹੈ। ਜੇ ਕਿਤੇ ਇਹ ਤਾਂ ਫਿਰ ਵੀ ਕੁਝ ਤਰਸ ਰਿਹਾ ਕਿ ਥੋੜ੍ਹਾ ਬਹੁਤਾ ਉਸ ਤਰੀਕੇ ਦੇ ਨਾਲ ਇਹਦਾ ਪ੍ਰਭਾਵ, ਇੰਪੈਕਟ ਇਸ ਲੈਵਲ 'ਤੇ ਨਹੀਂ ਆਇਆ। ਜੇ ਥੋੜ੍ਹਾ ਹੋਰ ਇੰਪੈਕਟ ਵੱਧ ਜਾਂਦਾ, ਰੈਸਪੀਰੇਟਰੀ ਸਿਸਟਮ ਤੋਂ ਥੋੜ੍ਹਾ ਹੋਰ ਜਿਹੜਾ ਹੈਗਾ ਡੀਪ ਚਲਾ ਜਾਂਦਾ, ਇਹੋ ਜਿਹਾ ਕੋਈ ਵਾਇਰਸ ਦਾ ਇੰਪੈਕਟ, ਬੰਦਿਆਂ ਕੋਲ ਕੀ ਸੀਗਾ? ਸਾਡੀਆਂ ਐਡੀਆਂ ਐਡੀਆਂ ਵੱਡੀਆਂ ਬਣੀਆਂ ਹੋਈਆਂ ਮੈਡੀਕਲ ਫੈਕਲਿਟੀਜ਼ ਕਿਸ ਕੰਮ ਆਉਣੀਆਂ ਸੀਗੀਆਂ? ਵੱਡੇ ਵੱਡੇ ਜਿਹੜੇ ਸਾਰੇ ਦਾਅਵੇ, ਸਭ ਚੀਜ਼ਾਂ, ਇੱਥੇ ਜਾ ਕੇ ਗੱਲ ਇੱਕੋ ਹੀ ਮੁੱਕਦੀ ਹੈ, ਤੇਰਾ ਅੰਤ ਨਾ ਜਾਏ ਲਖਿਆ। ਬੰਦਾ ਹੀ ਸੋਚਦਾ ਆ ਕਿ ਮੈਂ ਸ਼ਾਇਦ ਥਾਉ ਪਾ ਲਿਆ, ਮੈਂ ਐਸਾ ਕੁਛ ਨਹੀਂ ਹੈਗਾ। ਜੇ ਇੱਕ ਲੈਵਲ 'ਤੇ ਦੇਖਿਆ ਜਾਏ, ਹਾਂ ਥੋੜ੍ਹੀ ਬਹੁਤੀ ਮੇਨਟੇਨੈਂਸ ਹੈਗੀ ਹੈ। ਇਹ ਸ਼ੁਰੂ ਤੋਂ ਹੀ ਬੰਦੇ ਦੇ ਨਾਲ ਚੀਜ਼ਾਂ ਬਦਲ ਗਈਆਂ। ਹਾਂ ਥੋੜ੍ਹਾ ਐਲੋਪੈਥੀ ਦੇ ਨਾਲ ਉਹ ਡੋਮੀਨੇਟ ਕਰ ਗਈ, ਅਦਰਵਾਈਜ਼ ਬਹੁਤ ਸਾਰੀਆਂ ਜਿਹੜੀਆਂ ਨੇ ਪੈਥੀਜ਼, ਥੈਰੇਪੀਜ਼ ਰਹੀਆਂ ਵਕਤ ਦੇ ਨਾਲ। ਬਲਕਿ ਹੁਣ ਤਾਂ ਜਿਹੜਾ ਐਲੋਪੈਥੀ 'ਚ ਕੁਝ ਨਹੀਂ ਲੱਭਦਾ, ਅਤੇ ਫਿਰ ਲੋਕ ਕਹਿੰਦੇ ਨੇ ਕਿ ਜਿਹੜੀਆਂ ਟਰਡੀਸ਼ਨਲ ਅਲਟਰਨੇਟਿਵ ਥੈਰੇਪੀਜ਼ ਨੇ ਉਹਨਾਂ 'ਚ ਜਾਓ, ਉਹਨਾਂ ਪੈਥੀ 'ਚ ਜਾਓ। ਅੱਜ ਤੋਂ ਵੱਡੇ ਲੈਵਲ 'ਤੇ ਬਾਤ ਹੋ ਰਹੀ ਉਹ ਸਾਰੇ ਬਾਰੇ। ਸੋ ਇਹ ਰਿਹਾ ਕਿ ਥੋੜ੍ਹਾ ਬਹੁਤਾ ਬੰਦਾ ਮੇਨਟੇਨ ਕਰ ਸਕਦਾ ਇਹਨਾਂ ਚੀਜ਼ਾਂ ਨੂੰ, ਅਤੇ ਇਹ ਵੀ ਕੁਦਰਤ ਨੇ ਉਹਦੀ ਸੁਰਤ 'ਚ ਤੌਫੀਕੀਅਤ ਪਾਈ ਹੈ। ਜੇ ਤੌਫੀਕੀਅਤ ਨਾ ਹੋਏ ਤਾਂ ਉਹ ਵੀ ਸੰਭਵ ਨਹੀਂ ਹੈ। ਪਰ ਜੇ ਕਹਿ ਲਿਆ ਜਾਏ ਕਿ ਅਸੀਂ ਬੜੇ ਸਮਰੱਥ ਹੋ ਗਏ ਹਾਂ, ਬੜਾ ਉਸ ਲੈਵਲ 'ਤੇ, ਐਸਾ ਕੁਛ ਨਹੀਂ। ਗੁਰੂ ਨਾਨਕ ਸਾਹਿਬ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਰੱਬ ਨੂੰ ਜਾਤਰਾ ਪਹਿਚਾਨਿਆ, ਉਹਦੇ ਨਾਲ ਉਹਦੇ ਨਾਲ ਇੰਟਰੋਡਕਸ਼ਨ ਹੋਈ, ਉਹਦੇ ਨਾਲ ਸਾਂਝ ਬਣੀ। ਉਹ ਹੋਈ ਕਿਵੇਂ? ਜਾਤ ਮੈਂ ਜੋਤ, ਉਹਦੀ ਜਾਤ ਉਹਦੀ ਜੋਤ ਹੈ। ਬੰਦਾ ਸੰਸਾਰ ਦੇ ਰੂਪ ਰੰਗਾਂ ਨੂੰ ਵੇਖਦਾ, ਗਵਾਚ ਜਾਂਦਾ ਹੈ। ਅਤੇ ਗਵਾਚਿਆ ਹੋਇਆ ਅਸੀਂ ਗੁਰੂ ਬਾਣੀ ਦੇ ਸ਼ਬਦਾਂ ਦੇ ਸ਼ਬਦ ਪੜ੍ਹਦੇ ਹਾਂ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਬਖਾਨੀ, ਹੁਕਮਨਾਮੇ ਦਾ ਬਚਨ ਤੁਸੀਂ ਕਈ ਵਾਰੀ ਸੁਣਦੇ ਹੋ। ਅਲੰਕਾਰ ਗਹਿਣੇ ਨੇ ਵੱਖਰੇ ਵੱਖਰੇ ਬਣੇ ਹੋਏ, ਗਹਿਣਿਆਂ ਦੇ ਰੂਪ ਵੇਖਦਾ ਬੰਦਾ ਭੁਲੇਖੇ 'ਚ ਪੈ ਜਾਏ, ਨਹੀਂ
आ मुंदरी है, आ कड़ा आ, आ हार आ, कैंठा आ, इस किस्म के नाल। जे सुनियार को लै जाओगे, सुनियार ना मुंदरी दिसती है, ना कड़ा दिसता है, ना कैंठा दिसता है, उन्होंने सिर्फ एको चीज़ सोना धात दिसती है, किन्ना सोना है, किन्ना वो सब कुछ। जे संसारी लोग देखिए तो ईवन अजे भी स्ट्रगल कर रहे हैं असी। आ पिछले इन्हां दिनां दे विच ही ब्लैक लाइव्स मैटर किड्डी वड्डी मूवमेंट चल रही है। रीजन की है? रीजन ये है कि बंदे दी नज़र रंग वेखदी है तो रंग वेखण दे नाल ही वो नस्ल भेद करती है। सिस्टम जिन्हों सिस्टैमिक रेशिज्म कहा जाता है, निज़ाम पूरे का पूरा वो बंदियां च वितकरा करता है। ये की है? फिर असी कई बार एहसास करते हाँ, जिवें सरल भाव में बात की जाए, जिन्ना असी खिते जिस मबालिक रह रहे हैं, ये जिहड़ा हैगा चर्च डोमीनेटिंग एरियाज ने, क्योंकि ईसाईयत का बोलबाला है उस रूप दे विच, वो लोग मनते इस चीज़ में। तो उस रूप में देखा जाए तो बंदा एक पासे धर्म की गल करता आ। मैं माफ़ी चाहांगा, अपने घर की असी बात देखी, अपने घर दे विच भी साडा जिहड़ा हाल आ, गुरबाणी कुछ होर दसदी है, जिन्हों कवि संतोख सिंह लिखते हैं भी कहे गुर अवर करें हम अवरा। गुरु कुछ कह रहे हैं, असी कुछ होर कर रहे हैं, मिसमैच हो जाता है। असी जो सही लैवल पर देखिए, बाणी ये कह रही है जात का गर्भ ना कर मूर्ख गवारा। जात का गुमान काहदा आ? गुमान तो आ गुण का, खूबी का, वडियाई का, जिहड़ी बंदे दे कोल है कुछ। जात का काहदा गुमान है भाई? फलाने पर पैदा हो गया, फलाने खानदान से पैदा हो गया, पैदा होने नाल तो कोई वड्डी गल नहीं होगी। इसलिए क्या गया, सिक्खी बाय बर्थ नहीं होंदी ना, सिक्खी बाय एक्ट होंदी है, कमाउणी पैंदी है। इत्थे ये धारण करनी पैंदी है। ये जीवन दे विच जिहड़ी उस लैवल ते कमा कमा के आउंदी है, ये रूप बयान किया गया। बाकी बंदा ये कहे कि हाँ मैं मतलब साढ़े तुसीं देखो समाज की वड्डे लैवल ते मुश्किल ही है, जात पात की समस्या सब चीज़ां, नस्ल भेद ही इत्थों हुंदा है। किते कास्टिज़म है, किते क्लासिज़म है, किते रेशिज़म है, किते डिस्क्रिमिनेशन है। तुसीं ये सारियां उस तरीके ने क्लास सब क्लास देखते लगे जाओ सब उस रूप दे विच। हुण मैं थोड़ी एग्जाम्पल करन लगा सीगा कि हुण चर्च डोमीनेटिंग इलाका सारे का सारा, तो उहदे च बात की गई कि असी सारे जो एक खुदा आ, एक रब आ, गॉड आ, वी आर ऑल वो तो असी बिलोंग करते हैं। पर फिर वितकरा कित्थों आ गया भाई? इहदा मायना यह है बंदे ने उन्होंने जाता ही नहीं, पहचानिया ही नहीं। उहदी जात किसी स्पैसीफिक नाम विच नहीं, उहदी जोत विच है। ये नहीं कि कोई फिर बंदा कहे भी नहीं नहीं ये मुंदरी है, ये कैंठा आ, ये कुछ होर नहीं। नहीं भाई, कोई चीज़ है, सोना आ, उहदी जोत आ। सिक्खी ने सिखाई चीज़। गुरु नानक साहब का तुसीं आरती का शब्द पढ़ते हो ना, जो बाबा जी जगन्नाथपुरी पहुँचते हैं, ये शब्द दो बारी गुरु ग्रंथ साहब जी रिपीट होंगे, एक बारी सोहला साहब के एक बारी आरती सरनामे हेठ आउंदा प्रॉपरली। भाई गुरदास जी जिक्र करते हैं भी गुरु बाबा जी की जिहड़ी रोज़मर्रा की दिनचर्या होंदी सी करतारपुर किवें दी होंदी है भी जो हुंदा है उहदे च सोदर आरती गावी है, अमृत वेले जाप जपंता भाव भी प्रभात समय जप पढ़िया जाता है, शाम समय सोदर ते आरती होंदी है। सो उस आरती के शब्द की बात हो रही है। ये जगन्नाथपुरी गुरु बाबा जी ने कई उपदेश उचरित किया सीगा, तो उहदे विच भी होया कि वो कहिंदे कि साडी आ मूर्ति जिहड़ी स्टैचू जिहड़ा आ ये जगत का नाथ आ। बाबा जी ने कहा क्यों भुलेखे च पए हो, जगत का नाथ इस तरीके दे नाल उन्हूं नत्थिया नहीं जा सकता, उन्होंने किसी मूर्ति जी बज्जिया नहीं जा सकता। बाकी गल रही ਉਹਦੇ ਨਾਲ ਸਾਂਝ ਪਾਉਣ ਦੀ, ਹਾਂ ਉਹ ਪਾਸ ਪੈ ਸਕਦੀ ਹੈ। ਉਹ ਕਹਿੰਦੇ ਅੱਛਾ ਕਮਾਲ ਹੋ ਗਈ, ਤੁਸੀਂ ਐਵੇਂ ਕਿਵੇਂ ਕਹਿ ਸਕਦੇ ਹੋ? ਤੇ ਜਿਹੜਾ ਤੁਸੀਂ ਉਸ ਸ਼ਬਦ ਪੜ੍ਹਦੇ ਹੋ
सहस तव नैन नन नैन है तोहे को। हजारां हजारां अखां दा मालक वो है, एक भी अख ओहदी नहीं गी। हजारां हजारां अखां दे विचों जोत हो के रब रहा है, एक भी अख स्पैसीफिकली ये कहे कि मैं ही अख रब दी या फलां अख रब दी, ऐसा नहीं है। सब मैं जोत जोत है सोए, हाँ इस तरह वेख्या जा सकता है। जात मैं जोत, ਉਹਦੀ ਜੋਤ ਨੂੰ ਦੇਖੋ, ਉਹਦਾ ਹੀ ਰੂਪ ਚਾਰ ਚਪੇਰੇ ਫੈਲਿਆ ਹੋਇਆ ਹੈਗਾ। ਸੋ ਇਹ ਜਿਹੜਾ ਪੱਖ ਆ, ਇੱਥੋਂ ਜਾ ਕੇ ਬੰਦੇ ਨੂੰ ਪਤਾ ਲੱਗਦਾ ਕਿ ਅਸਲ ਮੇਰੀ ਭਗਤੀ ਕੀ ਹੋਣੀ ਚਾਹੀਦੀ ਹੈ, ਬੰਦਗੀ ਕੀ ਹੋਣੀ ਚਾਹੀਦੀ ਹੈ। ਫਿਰ ਵੀ ਬਾਤ ਆ, ਇਹ ਐਕਸਰਸਾਈਜ਼ ਕਰਦਿਆਂ ਹੋਇਆਂ ਉਹਦੇ ਹੁਕਮ ਨੂੰ ਮੰਨਣਾ ਆ। ਹੁਕਮ ਦੋ ਰੂਪਾਂ 'ਚ ਸਾਡੇ ਤੱਕ ਪਹੁੰਚਦਾ ਹੈ। ਇੱਕ ਤੇ ਉਹ ਜਿਨ੍ਹਾਂ ਸਿਆਣਿਆਂ ਨੇ, ਕਿਉਂਕਿ ਅੱਜ ਵੈਸਟਰਨਾਈਜ਼ ਵਰਲਡ ਵਿੱਚ ਫਾਦਰਸ ਡੇ ਵੀ ਮਨਾ ਰਹੇ ਨੇ ਲੋਕ, ਹੈਪੀ ਫਾਦਰਸ ਡੇ ਹੋਏਗਾ ਚਾਰ ਚੁਫੇਰੇ। ਜੇ ਅਸੀਂ ਬਾਣੀ ਨੂੰ ਪੜ੍ਹਦੀ ਹੈ ਤਾਂ ਬਾਣੀ ਕਹਿੰਦੀ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਅਸੀਂ ਇੱਕ ਹੀ ਪਿਤਾ ਦੀਆਂ ਔਲਾਦਾਂ ਵਾਂ ਸਾਰੇ। ਜਿਹੜਾ ਪਿਤਾ ਰੂਪ ਆ ਉਹ ਕਿਸ ਤਰੀਕੇ ਨਾਲ, ਉਹਦਾ ਜਿਹੜਾ ਪੈਤਰਿਕ ਭਾਵ ਆ ਉਹਨੂੰ ਵੀ ਸਮਝਿਆ ਜਾ ਸਕਦਾ ਇਸ ਰੂਪ ਦੇ ਵਿੱਚ। ਉਹਦਾ ਇੱਕ ਖਾਸ ਰੋਲ ਆ ਸਾਡੇ ਲਈ। ਜੇ ਹੁਣ ਦੇਖਿਆ ਜਾਏ ਤਾਂ ਉਸ ਰੋਲ ਨੂੰ ਅਸੀਂ ਦੇਖੀਏ ਉਸ ਰੂਪ ਦੇ ਵਿੱਚ, ਤੇ ਉਹ ਹੈਗਾ ਕਿ ਬੰਦਾ ਜਿਹਦੇ ਤੋਂ ਆਈਡੀਅਲ ਚੀਜ਼ਾਂ ਸਿੱਖਦਾ ਆ, ਜਿਹਨੂੰ ਆਈਡੀਅਲ, ਇਹਦਾ ਸ਼ਬਦ ਜਿਹੜਾ ਹੈ ਨਾ, ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਇੱਥੋਂ ਸ਼ੁਰੂ ਹੋਣਾ ਆ। ਜਿਹਦੇ ਕੋਲ ਤੁਸੀਂ ਕੁਛ ਸਿੱਖਿਆ ਲੈਂਦੇ ਹੋ। ਮੈਂ ਕਿਹਾ ਦੋ ਸੋਰਸ ਨੇ ਜਿਨ੍ਹਾਂ ਤੋਂ ਹੁਕਮ ਸਮਝ ਆਉਂਦਾ ਆ। ਸਾਡੇ ਘਰ ਦੇ ਵਿੱਚ ਜਿਹੜਾ ਪਹਿਲਾ ਸੋਰਸ ਜਿਹਦੇ 'ਚੋਂ ਸਾਨੂੰ ਕੁਝ ਸਮਝ ਆਉਂਦਾ ਹੈਗਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਿਆਣਿਆਂ ਦੇ ਬੋਲ, ਚੰਗੇਰਿਆਂ ਦੇ ਬੋਲ, ਗੁਰਸ਼ਬਦ ਸਾਡੇ ਲਈ ਹੁਕਮ ਇਹ ਹੈ। ਪਹਿਲਾ ਰੂਪ ਦੇ ਵਿੱਚ ਸਾਹਿਬ ਨੇ ਤਾਂ ਸਿੰਪਲ ਤੌਰ 'ਤੇ ਬਾਤ ਕਹੀ, ਕਹਿਣ ਲੱਗੇ ਜੋ ਆ ਬਾਣੀ ਜਾਂ ਬਚਨ ਮੈਂ ਤੈਨੂੰ ਦੇ ਰਿਹਾ ਵਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਉਹਦੀ ਬਾਣੀ ਹੈ। ਮਹਾਰਾਜ ਨੇ ਬਿਆਨ ਕੀਤਾ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜਿਵੇਂ ਜਿਵੇਂ ਮੈਨੂੰ ਹੁਕਮ ਹੋਇਆ ਉਸੇ ਤਰੀਕੇ ਨਾਲ ਹੀ ਮੈਂ ਕਿਹਾ, ਮੇਰਾ ਆਪਣਾ ਬੋਲ ਕੋਈ ਨਹੀਂਗਾ। ਸੋ ਇੱਕ ਤਾਂ ਇਹ ਹੈ, ਇਸ ਹੁਕਮ ਨੂੰ ਤਸਦੀਕ ਕਰਨਾ, ਇਸ ਹੁਕਮ ਨੂੰ ਮੰਨਣਾ, ਇਸ ਹੁਕਮ ਨੂੰ ਆਪਣੇ ਉਸ ਰੂਪ ਤੇ 'ਚ ਲੈਣਾ। ਦੂਸਰਾ ਇਹ, ਇਸ ਹੁਕਮ ਦੀ ਪ੍ਰਤਿਪਾਲਨਾ ਕਰਦਿਆਂ ਹੋਇਆਂ ਅੰਦਰ ਦੇ ਵਿਵੇਕ ਨੂੰ ਜਗਾਉਣਾ। ਜਿਹੜਾ ਅੰਦਰ ਦਾ ਵਿਵੇਕ ਆ ਸਹੀ ਗੱਲ ਦਾ ਫੈਸਲਾ ਕਰਾਏਗਾ। ਸੋ ਇਹ ਜਿਹੜਾ ਪਹਿਲੀ ਬਾਤ ਮੈਂ ਕੀਤੀ, ਪਿਤਾ ਦਾ ਰੂਪ ਕੀ ਹੈ। ਪਿਤਾ ਦਾ ਰੂਪ ਸਿਰਫ ਸਰੀਰ ਦਾ ਰੂਪ ਨਹੀਂ ਹੁੰਦਾ। ਉਹਦੇ 'ਚ ਪਿਤਾ ਉਹ ਹੈ ਜਿਹੜਾ ਤੁਹਾਨੂੰ ਰਾਹ ਵਿਖਾਉਂਦਾ ਆ, ਜਿਹੜਾ ਤੁਹਾਡੀ ਉਂਗਲ ਫੜਦਾ, ਜਿਹੜਾ ਤੁਹਾਨੂੰ ਮੈਂਟਰਿੰਗ ਕਰਦਾ ਆ ਸਹੀ ਰੂਪ ਦੇ ਵਿੱਚ। ਅਸੀਂ ਤੇ ਬਾਣੀ ਪੜ੍ਹਦੇ ਹਾਂ, ਬਾਣੀ 'ਚ ਬਚਨ ਆਉਂਦਾ ਹੈਗਾ ਕਿ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵੇਹਿਆ ਪੋਤਾ ਪਰਵਾਨ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵੇਹਿਆ ਪੋਤਾ ਪਰਵਾਨ। ਸੱਤਾ ਤੇ ਬਲਵਾਨ ਡੂਮ ਜੀ ਉਹਦੇ 'ਚੋਂ ਲਿਖ ਰਹੇ, ਜੇ ਤੁਸੀਂ ਦੇਖੋਗੇ ਦਾਦੇ ਤੇ ਪੋਤੇ ਦੀ ਉਮਰ ਦੇ ਵਿੱਚ ਸਿਰਫ 10 ਸਾਲ ਦਾ ਫਰਕ ਹੈ, ਤੇ ਬਲਕਿ ਜਿਹੜਾ ਪਿਤਾ ਆ ਉਹ ਤੇ ਪੋਤੇ ਦੀ ਉਮਰ ਨਾਲੋਂ ਵੀ ਕਿਤੇ ਜਿਹੜਾ ਆ ਛੋਟਾ ਆ, ਜੇ ਉਸ ਹਿਸਾਬ ਨਾਲ ਦੇਖਿਆ ਜਾਏ। ਤੇ ਹੁਣ ਜਿਹੜੀ ਗੱਲ ਕੀਤੀ ਜਾ ਰਹੀ, ਇੱਕ ਨਵੀਂ ਰਿਲੇਸ਼ਨਸ਼ਿਪ ਦੀ ਗੱਲ ਆ। ਇੱਥੇ ਪਿਓ ਦਾਦੇ ਜਿਵੇਂ ਹਿਆ ਪੋਤਾ ਪਰਵਾਨ। ਇੱਥੇ ਦਾਦਾ ਕੌਣ ਹੈ? ਗੁਰੂ ਨਾਨਕ ਸਾਹਿਬ। ਇੱਥੇ ਪਿਤਾ ਕੌਣ ਹੈ? ਗੁਰੂ ਅੰਗਦ ਸਾਹਿਬ। ਪੋਤਾ ਕੌਣ ਹੈ? ਗੁਰੂ ਅਮਰਦਾਸ ਸਾਹਿਬ। ਗੁਰੂ ਅਮਰਦਾਸ ਸਾਹਿਬ ਸਿਰਫ 10 ਸਾਲ ਛੋਟੇ ਸੀ ਗੁਰੂ ਨਾਨਕ ਸਾਹਿਬ ਤੋਂ। ਸੋ ਇੱਥੇ ਜਾ ਕੇ ਪਤਾ ਲੱਗਦਾ ਹੈ ਕਿ ਇੱਕ ਨਵੀਂ ਰਿਲੇਸ਼ਨਸ਼ਿਪ ਆ। ਇਹ ਰਿਲੇਸ਼ਨਸ਼ਿਪ ਹੈ ਗੁਣਾਂ ਦੀ, ਇਹ ਰਿਲੇਸ਼ਨਸ਼ਿਪ ਹੈ ਉਸ ਕਰੈਕਟਰ ਦੀ, ਉਸ ਕੈਲੀਬਰ ਦੀ, ਜਿਹਦੇ ਵਿੱਚੋਂ ਅਸੀਂ ਕੁਝ ਗ੍ਰਹਿਣ ਕਰਨਾ ਹੈਗਾ। ਤੇ ਅਕਸਰ ਕਈ ਵਾਰ ਹੋਇਆ ਵੀ ਇਸ ਤਰੀਕੇ ਦੇ ਨਾਲ, ਬੰਦਾ ਇਹ ਸੰਸਾਰੀ ਰਿਸ਼ਤੇ ਬੜੀ ਚੰਗੀ ਤਰ੍ਹਾਂ ਨਿਭਾਓ। ਗੁਰੂ ਬਾਬਾ ਜੀ ਨੇ ਖੁਦ ਨਿਭਾਏ, ਜਿਹੜੇ ਗੁਰੂ ਬਾਬਾ ਜੀ ਨੇ ਸਾਨੂੰ ਜਗਤ ਪਿਤਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ, ਪਿਤਾ ਪਰਮੇਸ਼ਰ ਦੇ ਨਾਲ। ਉਸੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ, ਉਹਨਾਂ ਨਾਲ
ਬਣੀ ਤੇ ਨਹੀਂ, ਮਤਲਬ ਬਣੀ ਇਸ ਕਰਕੇ ਨਹੀਂ ਕਿਉਂਕਿ ਪਿਤਾ ਜੀ ਤੇ ਚਾਹੁੰਦੇ ਸੀਗੇ ਕਿ ਇਹ ਬਸ ਧਨ ਕਮਾਉਣ ਤੇ ਜਾਂ ਗ੍ਰਸਤੀ ਜੀਵਨ ਦੇ ਵਿੱਚ ਉਸ ਤਰੀਕੇ ਨਾਲ ਗਲਤਾਨ ਰਹਿਣ ਤੇ ਬਸ ਉਹੀ ਚੀਜ਼ਾਂ ਹੋਣ। ਬਾਬਾ ਜੀ ਸਾਰੀ ਮਨੁੱਖਤਾ ਨੂੰ ਆਪਣਾ ਪਰਿਵਾਰ ਮੰਨਦੇ, ਇੱਕ ਵੱਡੇ ਮਿਸ਼ਨ ਵਾਸਤੇ ਜ਼ਿੰਦਗੀ ਸਮਰਪਿਤ ਕਰਦੇ, ਵਰਿਆਂ ਦੇ ਵਰੇ। ਪਹਿਲੀ ਕੱਲੀ ਉਦਾਸੀ 13 ਸਾਲ ਦੀ ਕੀਤੀ, ਕਿੰਨੇ ਸਾਲ ਘਰੋਂ ਬਾਹਰ ਰਹੇ। ਸੋ ਇਹ ਸਾਰਿਆਂ ਨੂੰ ਦੇਖਦਿਆਂ ਹੋਇਆਂ ਪਿਤਾ ਜੀ ਕਹਿੰਦੇ ਨਹੀਂ ਇਹ ਗੱਲ ਠੀਕ ਨਹੀਂ ਹੈ। ਪਰ ਬਾਬਾ ਜੀ ਨੇ ਇਹ ਸਮਝਦਿਆਂ ਹੋਇਆਂ ਕਿ ਪਿਤਾ ਜੀ ਨੂੰ ਕੀ ਪਤਾ ਆ ਮੇਰਾ ਮਿਸ਼ਨ ਕੀ ਹੈ, ਮੇਰਾ ਵਿਜ਼ਨ ਕੀ ਹੈ, ਸੋ ਇਸ ਕਰਕੇ ਇਹਨਾਂ ਦਾ ਤਿਆਗ ਕਰ ਦਿੱਤਾ ਜਾਏ। ਐਸਾ ਨਹੀਂ ਹੋਇਆ, ਬਲਕਿ ਪਿਤਾ ਜੀ ਜਿੱਥੇ ਕਿਤੇ ਟੋਕਦੇ ਰਹੇ, ਰੋਕਦੇ ਰਹੇ, ਕਮਿਊਨੀਕੇਟ ਕਰਦੇ ਰਹੇ, ਉਹਨਾਂ ਦੇ ਨਾਲ ਕਮਿਊਨੀਕੇਸ਼ਨ ਹੁੰਦਾ ਰਿਹਾ। ਅਖੀਰ ਜਦੋਂ ਉਮਰ ਦੇ ਅਖੀਰਲੇ ਪੜਾਅ 'ਤੇ ਆਏ, ਆਪ ਕਰਤਾਰਪੁਰ ਲਿਆ ਕੇ ਉਹਨਾਂ ਦੀ ਸੇਵਾ ਕਰਦੇ ਰਹੇ। ਆਪ ਸੇਵਾ ਕੀਤੀ ਉਹਨਾਂ ਦੀ, ਦੱਸਿਆ ਰਿਸ਼ਤੇ ਅਸੀਂ ਨਿਭਾਉਣੇ ਨੇ। ਇਹਨੂੰ ਸਾਹਿਬ ਨੇ ਕਿਹਾ ਪੂਰਬ ਜਨਮ ਕੇ ਮਿਲੇ ਸੰਜੋਗ। ਇਹ ਪੁਰਬਲਾ ਸੰਜੋਗ ਹੈ, ਅਸੀਂ ਇੱਕ ਛੱਤ ਹੇਠ ਇਕੱਠੇ ਹੁੰਦੇ ਹਾਂ। ਉਹਦੇ ਲਈ ਅਸੀਂ ਇੱਕ ਦੂਜੇ ਦੀ ਜਿਹੜੀ ਬਾਂਹ ਫੜਨੀ, ਇੱਕ ਦੂਜੇ ਦੀ ਲੋੜ ਪੂਰੀ ਕਰਨੀ, ਇਹ ਵੀ ਕੁਦਰਤ ਦਾ ਹੁਕਮ ਹੈ। ਜਦੋਂ ਅੱਜ ਅਸੀਂ ਇਸ ਕਰੋਨਾ ਵਾਇਰਸ ਦੇ ਸੰਕਟ 'ਚੋਂ ਲੰਘ ਰਹੇ ਹਾਂ ਤੇ ਆਪ ਦੇਖੋਗੇ ਕਿ ਯੂਰਪ ਵਿੱਚ ਤੁਸੀਂ ਕੰਪੈਰੀਜ਼ਨ ਕਰਕੇ ਦੇਖੋ। ਯੂਰਪ ਤੁਸੀਂ ਘੁੰਮੇ ਹੋਗੇ ਸ਼ਾਇਦ, ਜੇ ਤੁਸੀਂ ਯੂਰਪ ਘੁੰਮੋ ਤੇ ਮੁਲਕਾਂ ਦੇ ਬਾਰਡਰ ਨਹੀਂ ਲੱਗਦੇ, ਇੱਕੋ ਜਿਹਾ ਸਾਂਝਾ ਕਲਚਰ ਹੈ, ਇੱਕੋ ਜਿਹਾ ਸਭ ਉਸ ਤਰੀਕੇ ਨਾਲ ਹੈ। ਜਿਵੇਂ ਤੁਸੀਂ ਸਾਊਥ ਏਸ਼ੀਆ ਚਲੇ ਜਾਓ, ਕਹਿਣ ਨੂੰ ਤਾਂ ਲਕੀਰਾਂ ਖਿੱਚੀਆਂ ਹੋਣਗੀਆਂ ਪਾਕਿਸਤਾਨ ਆ, ਬੰਗਲਾਦੇਸ਼ ਆ, ਨੇਪਾਲ ਆ, ਭੂਟਾਨ ਆ, ਇੰਡੀਆ ਆ। ਜੇ ਅਸੀਂ ਡੀਪ ਲੈਵਲ 'ਤੇ ਪਿੰਡਾਂ ਥਾਵਾਂ 'ਤੇ ਚਲੇ ਜਾਓ ਤਾਂ ਇੱਕੋ ਹੀ ਕਲਚਰ ਆ ਆਲਮੋਸਟ। ਬੋਲੀ ਵੱਖਰੀ ਆ, ਖਾਣਾ ਪੀਣਾ ਥੋੜ੍ਹਾ ਬਹੁਤਾ ਫਰਕ ਹੋਏਗਾ, ਪਰ ਜਿਹੜੇ ਰਸਮੋ ਰਿਵਾਜ ਲੋਕਾਂ ਦਾ ਰਹਿਣ ਸਹਿਣ ਆਲਮੋਸਟ ਇੱਕੋ ਜਿਹਾ ਉਸ ਤਰੀਕੇ ਦਾ। ਅਤੇ ਜਿਹੜਾ ਈਵਨ ਉਹ ਸਾਰੇ ਖਿੱਤੇ ਦੀ ਗੁਰਬਤ ਆ, ਉਹ ਵੀ ਸਾਰੀ ਇੱਕੋ ਜਿਹੀ ਹੋਈ ਹੈ। ਮੈਂ ਤਾਂ ਰੀਸੈਂਟਲੀ BBC ਦੇ ਬਹੁਤ ਸਾਰੇ ਪ੍ਰੋਗਰਾਮ ਇਹਦੇ ਉੱਤੇ ਦੇਖ ਰਿਹਾ ਵਾਂ, ਜਿਹੜਾ ਆ ਕਰੋਨਾ ਵਾਇਰਸ ਦੇ ਰਿਲੇਟਡ, ਅਤੇ ਉਹ ਦਿਖਾ ਰਹੇ ਨੇ ਉਹ ਸਾਰੇ ਸਾਊਥ ਏਸ਼ੀਅਨ ਖਿੱਤੇ ਦੀ ਹਾਲਤ ਵੀ ਕਿਵੇਂ ਇੱਕੋ ਜਿਹੇ ਉਸੇ ਉਨੇ ਹੀ ਹੌਸਪੀਟਲ ਉਸੇ ਤਰੀਕੇ ਨਾਲ ਵਰਸ ਤੋਂ ਵਰਸ ਸਿਚੁਏਸ਼ਨ ਹਰ ਜਗ੍ਹਾ 'ਤੇ ਵਿਖਾਈ ਜਾ ਰਹੀ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਇਟਲੀ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇਖਿਓ ਕਿੱਡੀ ਵੱਡੀ ਹੈ, ਇੰਗਲੈਂਡ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇਖਿਓ ਕਿੰਨੀ ਵੱਡੀ ਹੈ, ਫਰਾਂਸ ਦੇ ਵਿੱਚ ਕਿੰਨੀ ਵੱਡੀ ਹੈ, ਬੈਲਜੀਅਮ ਦੇ ਵਿੱਚ, ਉਹਦੇ ਵਿੱਚ ਹੀ ਜਰਮਨੀ ਹੈ ਕਿੰਨੀ ਘੱਟ ਹੈ। ਬੰਦਾ ਕਹਿੰਦਾ ਇਹ ਕਮਾਲ ਹੋ ਗਈ, ਇਹ ਕਿਵੇਂ ਹੋ ਗਿਆ। ਇਨਫਰਾਸਟਰਕਚਰ ਦੀ ਲੈਵਲ 'ਤੇ ਆਲਮੋਸਟ ਬਰਾਬਰ ਨੇ, ਥੋੜ੍ਹਾ 19-21 ਦਾ ਫਰਕ ਹੋਏਗਾ, ਬਲਕਿ ਕੁਝ ਤੇ ਬੈਟਰ ਨੇ ਇਹਦੇ ਨਾਲੋਂ, ਜਰਮਨ ਨਾਲੋਂ ਇੰਗਲੈਂਡ ਦਾ ਕਾਫੀ ਹਿੱਸਾ ਬੈਟਰ ਹੈ। ਪਰ ਹੋਇਆ ਕੀ ਹੋਇਆ ਇਹ ਕਿ ਜਿਹੜੀ ਉਹਨਾਂ ਦੀ ਚਾਂਸਲਰ ਹੈ, ਮੈਂ ਉਹਦੀ ਸਪੀਚ ਸੁਣੀ ਜਦੋਂ ਇਹ ਸਭ ਹੋਣ ਲੱਗਾ, ਅਤੇ ਉਹ ਕਹਿੰਦੀ ਵੀ ਆਮ ਕਰਕੇ ਹੁੰਦਾ ਵੀ ਬਜ਼ੁਰਗ ਨੇ ਨਾ ਕੋਈ ਨਾ ਜਿਹੜੇ ਕੋਈ ਡਾਇਮੈਂਸ਼ੀਆ ਨਾਲ ਡੀਲ ਕਰ ਰਿਹਾ, ਕੋਈ ਕਿਸੇ ਹੋਰ ਇਸ਼ੂਜ਼ ਦੇ ਨਾਲ ਆ, ਅਤੇ ਅਲਟੀਮੇਟਲੀ ਤਾਂ ਉੱਥੇ ਜ਼ਿਆਦਾ ਲੌਂਗ ਟਰਮ ਕੇਅਰ ਦੇ ਵਿੱਚ ਹੀ ਸਟਰਾਈਕ ਹੋਇਆ ਅਤੇ ਫੌਤ ਹੋ ਗਏ ਬਹੁਤੇ। ਅਤੇ ਉਹ ਕਹਿੰਦੇ ਵੀ ਹੁਣ ਕੀ ਕੀਤਾ ਜਾ ਸਕਦਾ, ਵਲਨਰੇਬਲ ਕਮਿਊਨਿਟੀ ਜਾਏਗੀ। ਉਹ ਚਾਂਸਲਰ ਕਹਿ ਰਹੀ ਨਹੀਂ, ਇਹ ਬਜ਼ੁਰਗ ਨਹੀਂ ਹੈਗੇ, ਇਹ ਕਿਸੇ ਦਾ ਪਿਤਾ ਆ, ਕਿਸੇ ਦਾ ਦਾਦਾ ਆ, ਕਿਸੇ ਦਾ ਚਾਚਾ ਆ। ਤੁਸੀਂ ਬਜ਼ੁਰਗ ਨੂੰ ਤਾਂ ਜਾਣ ਦਿਓਗੇ, ਪਰ ਜਿਹੜੇ ਉਹ ਰਿਸ਼ਤੇ ਨੇ ਉਹਨਾਂ ਦਾ ਵੈਕਿਊਮ ਕਿਵੇਂ ਭਰੋਗੇ। ਇਹ ਸਾਡੇ ਆਪਣੇ ਨੇ, ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ। ਟੋਟਲੀ ਡਿਫਰੈਂਟ ਅਪਰੋਚ ਬਿਲਡ ਕੀਤੀ ਉਹਨਾਂ ਨੇ। ਜਦੋਂ ਅਸੀਂ ਸੰਸਾਰ ਦੇ ਵਿੱਚ ਰਹਿ ਰਹੇ ਹਾਂ, ਅੱਜ ਸਮਾਜ ਦੀ ਹਾਲਤ ਦੇਖੋ ਨਾ ਕਿਹੋ ਜਿਹੀ ਹੈ। ਓਲਡ ਹੋਮ ਕਲਚਰ ਹੀ ਕਿੱਥੋਂ ਆਇਆ ਹੈਗਾ। ਹਾਲਾਂਕਿ ਬਾਣੀ 'ਚ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਰਮਈਆ ਕੇ ਗੁਣਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਜਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਉੱਚ ਸਾਹਿਬ ਨੇ ਅੱਗੇ ਜਾ ਕੇ ਜ਼ਿਕਰ ਕੀਤਾ, ਸਾਹਿਬ ਕਹਿੰਦੇ ਕਿ ਬਿਰਧ ਭਇਆ ਉੱਪਰ ਸਾਕ ਸੈਨ ਮੁਖ ਅਪਿਆਓ ਬੈਠ ਕੋ ਦੈਨ। ਕੁਦਰਤ ਨੇ ਮਨੁੱਖਾਂ ਨੂੰ ਇਹ ਸੋਝੀ ਦਿੱਤੀ। ਉਹਨਾਂ ਨੇ ਕੋੜਵੇਂ ਕੁਣਬੇ ਪਰਿਵਾਰ ਇਸ ਤਰੀਕੇ ਨਾਲ ਬਿਲਡ ਕੀਤੇ। ਉਹਨਾਂ ਪਰਿਵਾਰਾਂ ਦੇ ਵਿੱਚ ਕੀ ਹੈ, ਤੁਸੀਂ ਬੱਚੇ ਪਾਲਦੇ ਹੋ, ਸੰਭਾਲਦੇ ਹੋ, ਫਿਰ ਇੱਕ ਸਮਾਂ ਆਉਂਦਾ ਹੈ ਜਦੋਂ ਉਹਨਾਂ ਦੀ ਡਿਊਟੀ ਉਹਨਾਂ ਪਾਲਣ ਵਾਲਿਆਂ ਦੇ ਪ੍ਰਤੀ ਬਣਦੀ ਹੈ। ਬਿਰਧ ਭਇਆ ਉੱਪਰ ਸਾਕ ਸੈਨ, ਉੱਤੇ ਫਿਰ ਉਹ ਸਾਕ ਸੈਨ ਬੈਠਦੇ ਨੇ। ਮੁੱਖ ਅਪਿਆਓ, ਉਦੋਂ ਫਿਰ ਜੇ ਮੂੰਹ ਨੂੰ ਪਿਆਸ ਲੱਗਦੀ ਆ ਤੇ ਹੱਥ ਨਹੀਂ ਉੱਠਦਾ। ਜੇ ਕਿਤੇ ਉਸ ਰੂਪ ਦੇ ਚ ਉੱਪਰ ਉੱਠ ਕੇ ਪਾਣੀ ਨਹੀਂ ਪੀਤਾ ਜਾ ਸਕਦਾ, ਹੱਥ ਹੁੰਦੇ ਨੇ ਸਹਾਰੇ ਵਾਸਤੇ। ਉਹ ਹੱਥ ਸਹਾਰਾ ਫੜਦਾ ਆ, ਉਹ ਪਾਣੀ ਮੂੰਹ ਨੂੰ ਲਾਉਂਦਾ ਆ। ਇਹ ਹੈ
हैप्पी फादर्स डे करके फादर्स डे या हैप्पी मदर्स डे करके हैप्पी मदर्स डे पूरा थोड़ा हो जाएगा। ਅਸੀਂ ਜਿਹੜੀਆਂ ਸਾਡੀਆਂ ਡਿਊਟੀਜ਼ ਨੇ, ਤੁਸੀਂ ਸਪਿਰਿਚੁਅਲਿਟੀ ਨੂੰ ਸਮਝੋ। ਮਤਲਬ ਇਹ ਤੇ ਗੁਰੂ ਬਾਬਾ ਜੀ ਨੇ ਕਿਹਾ ਵਿੱਚ ਦੁਨੀਆ ਸੇਵ ਕਮਾਈ ਹੈ। ਤੁਸੀਂ ਦੁਨੀਆ ਦੀ ਸੇਵਾ ਕਰਨੀ, ਬੰਦਾ ਟੱਬਰ ਦੀ ਸੇਵਾ ਕਰਨ ਨੂੰ ਤਿਆਰ ਨਹੀਂਗਾ। ਹੱਦ ਹੋ ਗਈ। ਮਤਲਬ ਅਜੀਬ ਹਾਲਤ ਆ। ਸਾਡੇ ਮੈਨੂੰ ਯਾਦ ਆ, ਸਾਡੇ ਬੜੇ ਪਿਆਰੇ ਨੇੜਲੇ ਲੋਕ, ਤੇ ਉਹ ਹੋਇਆ ਇਹ ਕਿ ਘਰ ਦੇ ਵਿੱਚੋਂ ਸ਼ਾਮ ਦਾ ਇੱਕ ਸਾਡੇ GT ਏਰੀਏ 'ਚ ਗੁਰਦੁਆਰੇ ਸਪੈਸ਼ਲ ਪ੍ਰੋਗਰਾਮ ਚੱਲਦਾ ਕੁਝ ਦਿਨਾਂ ਦਾ, ਅਤੇ ਉਹ ਕਰਦੀਆਂ ਖਾਸ ਕਰਕੇ ਲੇਡੀਜ਼ ਨੂੰ ਵਗੈਰਾ ਤਿਆਰ ਹੋ ਰਹੀ ਫਟਾਫਟ ਜਾਣ ਵਾਸਤੇ, ਅਤੇ ਬਜ਼ੁਰਗ ਨੂੰ ਆਵਾਜ਼ ਮਾਰ ਕੇ ਕਹਿ ਰਹੀ ਹੈ, ਕਹਿੰਦੀ ਵੀ ਪਾਪਾ ਜੀ ਤੁਹਾਡੇ ਪ੍ਰਸ਼ਾਦੇ ਤਿਆਰ ਕਰਕੇ ਰੱਖਦੇ ਨੇ ਅਤੇ ਆਪਣੇ ਖਾ ਲਿਆ ਜੇ। ਉਹ ਕਹਿੰਦਾ ਵੀ ਬੇਟਾ ਤੈਨੂੰ ਪਤਾ ਮੈਂ ਹੋਲ ਵੀਟ ਦੀ ਰੋਟੀ ਖਾਂਦਾ ਵਾਂ, ਅਤੇ ਹੋਲ ਵੀਟ ਦੀ ਰੋਟੀ ਪੱਕਦੀ ਤਵੇ ਤੋਂ ਲੈ ਦੀ ਖਾ ਲਓ ਅਤੇ ਖਾ ਲਓ, ਅਦਰਵਾਈਜ਼ ਉਹ ਆਕੜ ਜਾਂਦੀ। ਤੁਹਾਨੂੰ ਪਤਾ ਹੋਲ ਵੀਟ ਮਤਲਬ ਸੁਰਾ ਜਿਹੜਾ ਆ ਸਾਰਾ ਫਾਈਬਰ 'ਤੇ ਹੁੰਦਾ ਆ। ਅਤੇ ਬੇਟਾ ਕੋਈ ਗੱਲ ਨਹੀਂ, ਤੁਸੀਂ ਜਾਓ, ਜਦੋਂ ਆਓਗੇ ਆ ਕੇ ਲਾ ਦਿਓ, ਹੁਣ ਇੰਨੀ ਕਿਹੜਾ। ਅਤੇ ਉਹ ਇਸ ਗੱਲ ਤੋਂ ਮਲਾਲ ਕੀਤਾ, ਤੋਂ ਮਲਾਲ ਕਰਦੇ ਕਹਿੰਦੇ ਲੈ ਇੱਕ ਤਾਂ ਮੈਂ ਸਿਮਰਨ 'ਤੇ ਜਾਣਾ, ਅਤੇ ਉੱਪਰੋਂ ਜਿਹੜਾ ਹੈਗਾ ਇਹਨਾਂ ਨੇ ਆਪਣਾ ਸਿਆਪਾ ਪਾਇਆ ਵਿੱਚ ਇਹਦੇ ਇਸ ਤਰੀਕੇ ਨਾਲ। ਹੁਣ ਮੈਂ ਮਾਫੀ ਮੰਗਾਂਗਾ। ਰੱਬ ਦੀ ਆਸਥਾ, ਰੱਬ ਦੀ ਅਹਿਸਾਸ, ਇਹ ਮਾੜੀ ਗੱਲ ਨਹੀਂ ਗੀ, ਇਹ ਤਾਂ ਬੜੀ ਚੰਗੀ ਗੱਲ ਹੈ। ਪਰ ਸਿੱਖਿਆ ਕੀ? ਸਭ ਮੈਂ ਜੋਤ ਜੋਤ ਹੈ ਸੋਏ ਇੱਥੇ ਜਾਣਾ ਸੀਗਾ। ਇੱਥੇ ਤੇ ਘਰ ਦੇ ਵਿੱਚ ਆਪਣੇ ਬਜ਼ੁਰਗ, ਆਪਣਾ ਆਲਾ ਦੁਆਲਾ, ਉਹਦੇ 'ਚ ਜੋਤ ਨਹੀਂ ਦਿਸ ਰਹੀ। ਸੁਸਾਇਟੀ ਨੇ ਮਾਡਲ ਇਹ ਬਣਾ ਤਾ ਕਿ ਭਾਈ ਇਹ ਬਜ਼ੁਰਗ ਜਿਹੜੇ ਨੇ ਸਾਹਮਣੇ ਔਖੇ ਨੇ, ਇਸ ਕਰਕੇ ਇੱਕ ਜਿਹੜਾ ਹੈਗਾ ਓਲਡ ਹੋਮ ਕਲਚਰ ਬਿਲਡ ਕਰੋ, ਇੱਕ ਬਿਲਡਿੰਗ ਬਣਾਓ, ਉਹਦੇ 'ਚ 5 7 10 15 ਰੱਖੋ, 5 ਬੰਦੇ ਰੱਖੋ, ਸਾਰੀ ਟੇਕ ਕੇਅਰ ਹੋਏਗੀ। ਕਿਆ ਕਮਾਲ ਹੈ, ਕਿੱਡਾ ਵਧੀਆ ਹੈਗਾ। ਅਦਰਵਾਈਜ਼ ਇੰਨੀਆਂ ਮੌਤਾਂ ਥੋੜ੍ਹਾ ਇੱਕਦਮ ਹੋਣੀਆਂ ਸੀਗੀਆਂ। ਹੁਣ ਆਹ ਜਿਹੜੀ ਚੀਜ਼ ਆ, ਇਹ ਓਲਡ ਹੋਮ ਕਲਚਰ ਅਤੇ ਸਭ ਚੀਜ਼ਾਂ, ਅਤੇ ਉਸੇ ਕਲਚਰ 'ਚ ਹੈਪੀ ਫਾਦਰਸ ਡੇ ਹੋ ਰਹੀ ਹੈ। ਕਾਹਦੀ ਹੈਪੀ ਫਾਦਰਸ ਡੇ, ਕਾਹਦਾ ਹੈਪੀ ਮਦਰਸ ਡੇ? ਭਾਈ ਧਿਆਨ ਤੇ ਦਿਓ ਉਸ ਚੀਜ਼ ਨੂੰ। ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਕੁਦਰਤ ਤੇ ਕੁਦਰਤ ਦੇ ਬਣਾਏ ਸਾਰੇ ਰੂਪ ਦਾ ਅੰਤ ਨਹੀਂ ਪਾ ਸਕਦੇ। ਜੋ ਤੁਹਾਡਾ ਰੋਲ ਹੈ ਉਹਨੂੰ ਕਰ ਸਕਦੇ ਹੋ ਤੁਸੀਂ। ਇਹੀ ਤੁਹਾਡੇ ਵਾਸਤੇ ਹੁਕਮ ਹੈ। ਹੁਕਮ ਇਹ ਹੈ, ਜਾਤ ਮੈਂ ਜੋਤ, ਜੋਤ ਮੈਂ ਜਾਤਾ। ਉਹਦੀ ਜਾਤ ਉਹਦੀ ਜੋਤ ਹੈ, ਉਹਦੀ ਜੋਤ ਨੂੰ ਪਹਿਚਾਨ। ਉਸ ਪਿਤਾ ਪਰਮੇਸ਼ਰ ਨੂੰ ਆਪਣੇ ਆਲੇ ਦੁਆਲੇ ਪਸਰੇ ਹੋਏ ਰਿਸ਼ਤਿਆਂ 'ਚੋਂ ਵੇਖ, ਉਹਨਾਂ ਸੰਬੰਧਾਂ 'ਚੋਂ ਵੇਖ, ਉਹਨਾਂ ਦਾ ਫਰਜ਼ ਅਦਾ ਕਰ। ਛੋਟਾ ਜਿਹਾ ਰੂਪ ਕਹਿ ਕੇ ਫਿਰ ਵਾਈਂਡ ਅਪ ਕਰਕੇ ਬਚਨ 'ਤੇ ਆ ਜਾਂਦਾ ਵਾਪਸ। ਸਾਡੇ ਬੜੇ ਸਕਾਲਰ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਵਿੱਚ, ਬਹੁਤ ਸੋਹਣੇ ਢੰਗ ਨਾਲ ਚੀਜ਼ਾਂ ਸਮਝਾਉਂਦੇ ਪੜ੍ਹਾਉਂਦੇ। ਅਤੇ ਉਹ ਕਹਿੰਦੇ ਕਿ ਮੈਂ ਯੂਨੀਵਰਸਿਟੀ ਰਹਿੰਦਾ ਸੀਗਾ, ਮਾਂ ਮੇਰੀ ਨੇ ਬੜੀ ਮਿਹਨਤ ਕਰਕੇ ਮੈਨੂੰ ਪੜ੍ਹਾਇਆ ਪਾਲਿਆ, ਮੈਂ ਯੂਨੀਵਰਸਿਟੀ ਪ੍ਰੋਫੈਸਰ ਹੋ ਗਿਆ। ਜਿਹੜੀ ਮੇਰੇ ਨਾਲ ਦੀ ਉਹ ਵੀ ਪ੍ਰੋਫੈਸਰ ਹੈ, ਉਹ ਵੀ ਪੜ੍ਹੀ ਲਿਖੀ ਹੈ, ਪਰ ਉਹਦੀ ਫੈਮਿਲੀ ਜਿਹੜੀ ਹੈ ਉਹ ਟੀਚਿੰਗ ਲਾਈਨ 'ਚੋਂ ਆ ਰਹੀ ਹੈ ਸਾਰੀ। ਉਹਨਾਂ ਦਾ ਸਾਰਾ ਇੱਕ ਡਿਫਰੈਂਟ ਲੈਵਲ ਹੈ, ਪਰ ਬਹੁਤ ਸਿਆਣੀ, ਬੜੇ ਸਲੀਕੇ ਵਾਲਾ ਪਰਿਵਾਰ ਹੈ। ਮਾਂ ਵੈਸੇ ਪਿੰਡ ਰਹਿੰਦੀ ਹੈ ਮੇਰੀ, ਕਦੀ ਕਦਾਰ ਵਿਜ਼ਿਟ ਕਰਨ ਲਈ ਆਉਂਦੀ ਹੈ। ਮੇਰੇ ਜਿਹੜੇ ਇਨਲਾਜ਼ ਨੇ ਉਹ ਵੀ ਦੂਰ ਰਹਿੰਦੇ ਨੇ, ਕਦੀ ਕਦਾਰ ਉਹ ਵੀ ਵਿਜ਼ਿਟ ਕਰਨ ਆਉਂਦੇ ਨੇ। ਕੋਇਨਸੀਡੈਂਟਲੀ ਕੀ ਹੋਇਆ ਕਿ ਮਾਂ ਆਈ ਮੇਰੇ ਕੋਲ ਯੂਨੀਵਰਸਿਟੀ, ਮੇਰੇ ਕੁਆਟਰ ਦੇ ਵਿੱਚ ਰਹਿ ਰਹੀ ਹੈ, ਅਤੇ ਮੇਰੀ ਮਦਰ ਇਨ ਲਾ ਵੀ ਆ ਗਈ। ਹੁਣ ਜਦੋਂ ਉਹ ਆ ਗਈ ਅਤੇ ਮਦਰ ਇਨ ਲਾ ਮੇਰੀ ਰਿਟਾਇਰਡ ਟੀਚਰ ਆ, ਮੈਂ ਉਹਦੇ ਕੋਲੋਂ ਬਹੁਤ ਕੁਝ ਸਿੱਖਦਾ, ਬੜਾ ਐਕਸਪੀਰੀਅੰਸ ਆ ਉਹਦੇ ਕੋਲ। ਖੈਰ ਉਹਨੇ 1-2 ਦਿਨ ਮੈਨੂੰ ਕਿਤੇ ਓਬਜ਼ਰਵ ਕੀਤਾ, ਅਤੇ ਓਬਜ਼ਰਵ ਕਰਕੇ ਇੱਕ ਦਿਨ ਮੈਨੂੰ, ਮੈਂ ਸ਼ਾਮ ਨੂੰ ਯੂਨੀਵਰਸਿਟੀ ਤੋਂ ਵਾਪਸ ਆਇਆ, ਅਤੇ ਮੈਨੂੰ ਕੋਲ ਬੁਲਾ ਕੇ ਕਹਿਣ ਲੱਗੀ ਬੈਠ, ਤੇਰੇ ਨਾਲ ਗੱਲ ਕਰਨੀ ਹੈ। ਕਹਿੰਦਾ ਵੀ ਮੈਂ ਕਿਹਾ ਜੀ ਗੱਲਬਾਤ ਤਾਂ ਵੈਸੇ ਵੀ ਕੀਤੀ ਜਾ ਸਕਦੀ ਜਿਵੇਂ ਮਰਜ਼ੀ, ਪਰ ਤੁਸੀਂ ਕਿਹਾ ਬੈਠ ਤੇਰੇ ਨਾਲ ਗੱਲ ਕਰਨੀ ਹੈ। ਜ਼ਰੂਰ ਕੋਈ ਗੱਲ ਸਖਤੀ ਹੋਏਗੀ ਅਤੇ ਜ਼ਰੂਰ ਗਲਤੀ ਹੋਈ ਹੋਣੀ ਹੈ, ਕੋਈ ਗੁਸਤਾਖੀ ਹੋ ਗਈ ਹੋਣੀ ਹੈ, ਅਤੇ ਇਸ ਕਰਕੇ ਮੈਂ ਬੈਠਦਾ ਨਹੀਂ, ਮੈਂ ਖੜ੍ਹਾ ਹੋ ਕੇ ਸੁਣਨਾ, ਕਿਉਂਕਿ ਮੈਨੂੰ ਲੱਗਦਾ ਵੀ ਮੈਨੂੰ ਤੁਸੀਂ ਛੇਤੀ ਦੱਸੋ, ਮੈਂ ਕਾਹਲਾ ਪੈ ਰਿਹਾ। ਉਹ ਕਹਿੰਦੀ ਨਹੀਂ ਬੈਠ ਤੂੰ। ਕਹਿੰਦਾ ਮੈਂ ਬੈਠ ਗਿਆ, ਹੁਕਮ ਮੰਨਿਆ। ਮੈਂ ਕਿਹਾ ਜੀ ਮਾਤਾ ਜੀ ਦੱਸੋ। ਕਹਿੰਦੀ ਬੇਟਾ ਗੱਲ ਇਹ ਹੈ, ਤੂੰ ਬੜਾ ਚੰਗਾ ਆ, ਬੜਾ ਪੜ੍ਹਿਆ ਲਿਖਿਆ, ਸਾਨੂੰ ਖੁਸ਼ੀ ਹੈ, ਸਾਨੂੰ ਇੱਕ ਪਲਿਆ ਹੋਇਆ ਪੁੱਤ ਧੀ ਦੇ ਵਜ੍ਹ 'ਚ ਮਿਲਿਆ ਹੈਗਾ।
बड़ी बड़ी खुशी वाली बात। पर बेटा गल ये है कि मैं पिछले 2 दिनों तो ऑबजर्व किया है, तू यूनीवर्सिटी जाना है, जान लगता है तो माँ अपनी नूं तू सत श्री अकाल बुला के तुर जाना है, जो उन्हें तो आके फिर सत श्री अकाल बुला के तो अपनी घर गृहस्थी फिर गवाच जाना। तू माँ नाल टाइम स्पेंड नहीं करता, ये तो ठीक नहीं है, दैट्स नॉट गुड। यू शुड स्पेंड लिटिल बिट टाइम विद योर मॉम। वो किसी जो ये गल कही तो मैं क्या भी माँ जी गल तुहाडी ठीक है, मैं ध्यान देंगा, मैं माफ़ी चाहना वा, पर माँ जी गल ये है कि तुहाडे नाल थोड़ी बहुती गल हो जाती है, तुसीं मेरे टीचिंग स्टाफ बारे पुछदे हो, ये चीज़ बारे थोड़ी गल हो जाती है। माँ नाल वध तो वध गल की करांगा मैं। हुण जो मैं पढ़ा के आया, वो कहंदी आके दस उन्होंने की कीता सारा दिन, तू किवें तेरा दिन रहा सारा उस तरीके नाल। किते माँ नूं की पता मैं किहड़ा सबजैक्ट पढ़ाया है, किहड़े लोकां नूं मिलिया, की सब कुछ माँ नूं तो कुछ भी नहीं पता। तो वह हस के कहन लगी, बेटा गल ये है, कहते मेरा छोटा जिहा बेटा सीगा उदों, तो मैं उहदे नाल खेड रहा जो मैनूं आवाज़ मारी, मैनूं ये दसेगा कि मेरे बेटे का नाम लैके इनू कुछ पता तेरी यूनीवर्सिटी बारे? कहंदा नहीं, इनू भी कुछ नहीं पता। कहंदी मैं देख रही हाँ पिछले अद्धे पौने घंटे तो तू इहदे नाल गल्लां कर रहा, तू इनू दस रहा अज तेरे डैड ने सैनेट हाल च लैक्चर किया आ, अज तेरे डैड नूं फलां मिलिया, तेनू पता? इस तरीके नाल कहंदे इनू तो कुछ भी नहीं पता। माँ नूं तो एटलीस्ट कुछ आभा भी है, कुछ बात भी है। गल ये है कि बंदा अगां तो अगां अगली जनरेशन ने थोड़ा बहुता तो इंटरैक्शन करनी चाहुंदा है, जिहड़ी पिछे आ रही है उन्होंने बिल्कुल ही जिहड़ा हैगा उस तरीके दे नाल अवॉइड करदा तुरिया लगा जाता है। वो कहंदे मैनूं एहसास हो गया भी हाँ वाकई च जिहड़ी आ चीज़ आ एक्चुअली ये है जात में जोत जोत में जाता, अकल कला, एक अकल तो अगली कला भी है जिहदे च बंदा समर्पित होकर उस अकाल पुरख वाहिगुरू के एहसास नूं अपनी सुरत च उतारे। बाकी ये कहे कोई कि मैं रब बारे ज़्यादा वडियाइयां कर लवांगा, मैनू रब दे ज़्यादा गुण गुणे आउंदे ने ते मैं ज़्यादा गल्लां करके रब दियां ते रब नाल सांझ पा लवांगा। गुरु बाबा जी ने काम नवेड़ता बाणी दे च। महाराज कहंदे भी जे एक जीभ हो लख होए, लख होए लख वीस। एक जीव तो लखां जीव हो जाण, लखां दियां अगां 20 लखां होण ते उन्हां 20 लखां दे नाल तुसीं एक एक गेड़े दे विच करोड़ां करोड़ां वार रब दा नाम लवो। इन्ना करन दे नाल भी भगती नहीं हो जानी। सुन गल्लां आकाश की कीटां आई रीस। ये सिर्फ जिवें जमीन तो उगण वाले भंबट होंदे ने ना, उन्हां नूं पर लगदे थोड़े जे तो सोचदे सी आसमानी परिंदे बन गए, ऐसा कुछ नहीं। थोड़ा उड़दे ने वो पर झड़ जाते फिर थल्ले डिग जाते। ये साडे वलवले ही ने। असीं सोचते हैं कि असीं वध कोई चीज़ जिहड़ा हैगा पढ़ के वध बखान करके वध गुणगान करके जे सानू रिलेशनशिप डील करनी नहीं आउंदी, सानू अपने आले दुआले दे नाल स्नेह खलूस मुहब्बत ना देनी आउंदी ना लैनी आउंदी, फिर कोई भगती नहीं। क्योंकि प्रेम कियो तिन ही प्रभ पायो, इत्थे ते प्रभु मिलना। ये जिहड़ी रूपता आ इनू गुरु बाबा जी ने कहा इहदे ते ध्यान दे, जे इनू भुला देगा फिर ना तू पहुंच सकेगा किते। इत्थे महाराज गुरु अर्जन साहब बयान करदे जिहवा एक, साडी पाया किन्नी किया, एक जीव है साडे कोल, कवन गुण कहीए, उहदे किहड़े किहड़े गुण कहेगा, किहड़ी किहड़ी वडियाई करेगा। साडे कोल वडियाई नहीं हो सकनी, साडे कोलों दा गुणगान नहीं हो सकना। असी ते जिहड़ी असी बाणी पढ़दे आ, बाणी असी समझदे आ, सुनदे आ, ये इस करके है ताकि संसार नूं सही रूप विच जी सकीए। जे ये चीज़ साडी सुरत च मैनीफेस्ट नहीं हुंदी, साडे एक्ट विच एग्जीक्यूट नहीं हुंदी, दैन डेफिनेटली गुरु नानक साहब के बचन ने पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है साथ, पढ़िया जेते बरस बरस, पढ़िया जेते मास, पढ़िया जेती आरजा, पढ़िया जेते सास। बाबा जी कहते उमरां ला दिओ। वो ब्रह्मदेव गड्डे लद के तुरया फिरदा सीगा। बाबा जी कहते इहदे नाल नहीं हुंदा, ये ते है इहदी इंप्लीमेंटेशन। इनू अपलाई भी तो करेगा, तो अपलाई तो उत्थे करेगा जिथे जिएगा, जिथे वरतेगा। मैं गल्लां वड्डियां वड्डियां कर लवां, पर जदों मेरे आले दुआले मैं वेखां तो उन्हां दे विच
जिथे सत्कार देना है, जिथे प्यार देना, जिथे केयर करनी है, उत्थे मेरी जगह ही कोई नहीं है। मैं कर ही कुछ नहीं रहा। मैं बीते कल एक छोटी जी बात कर रहा सीगा। साडे इंस्टीट्यूशन एक बजुर्ग आए गुरमत विद्या लैण के समय, तो कहंदा जी जपजी साहब पढ़ते हाँ, तो इधर जपजी साहब पढ़न लगते, उधर सुरत च फुरने फुटन लग जाते हैं, हत्थ च गुटका, मूँह नाल अखर कुरेद रहे हैं, अंदर कुछ होर चल रहा है, कोई मिसमैच है सारा। उन्हें जवाब दिता, कहते बजुर्गो गल ठीक है, गल यह है कि जपजी साहब वर्गी रचना बहुत उमदा ते आला रचना आ, साड़ी सुरत बड़ी कमज़ोर है, वो वजन नहीं चुक पाती, वो घबरा जाती, वापस हो जाती। ठीक है, ये तो है जिहड़ा मर्ज़ आ, जिहड़ी उहदी जिहड़ी असल दी बीमारी है, तीमारदारी भी तो होएगी कोई। वॉट इज़ द ट्रीटमेंट? यू डायग्नोस आवर इशू वेरी वेल, बट वॉट इज़ द ट्रीटमेंट? वो कहते गल ये है, आले दुआले झात मारियो अपने कि रिश्ते निभ रहे ने सही, ये पहला सुकून है। जिथे जिदा रोल बनता, जिथे जिदा हिस्सा बनता, वो पूरा कर रहे हो। इस चीज़ को बंदा अख्तियार करे। बाकी ये कहे कि हाँ मैं वध पढ़ लिया, मैं वध गा लिया, मैं वध सुना लिया, मैं वध सुन लिया। बाबा जी कहते जिहबा एक कवन गुण कही, तेरी तो पाए बड़ी छोटी जी है। ये तो उस रब अकाल पुरख वाहिगुरू का असीं की चीज़ बयान करांगे। गुरु नानक साहब ने बयान किया, कुदरत कवन कहाँ विचार, वारिया ना जावा एक बार, मेरी की पाया मैं उहदे बारे कुछ कहा। बाबा जी ने ऐसे बोल सच का रूप अख्तियार करके बोल प्रगट किए, सच की बाणी कही। वो बाबा जी कहते मेरी की पाया मैं उहदे बारे कुछ कहा। असीं ते बचन पढ़ते हैं पटां दे सवैयां दे विच, एक जिह क्या बखाना है हों के बल 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 सद बल जाऊं। मेरी एक जीव है, मैं की बखान करा, मैं तो सिर्फ इन्ना तो बलिहार जाना, बलिहार जाना, बलिहार जाना। हाँ मुख रूप च है आचार आचार विचारी, जे बंदे दे आचार विच वो विचार नहीं प्रवृत्त होंदे, फिर भाई उहदा कोई लहा नहीं। गुरु महाराज कहंदे जिहबा एक कवन गुण कही है, बेशुमार बेअंत स्वामी तेरो अंत ना किन्ही लही है। धरती ते कोई बंदा यह दावा नहीं कर सकता मैं रब दा थौ रब दा अंत पा लिया, असी की पावांगे अंत उहदा। इसलिए सिੱਖੀ आशे दे विच अकाल पुरख वाहिगुरू नाल जिहड़ी सांझ आ, या उहदे नाल जिहड़ी उहदी दर्शन दीदारीयत आ, वो किसी खास शेप च नहीं हैगी। मैं तो जो हुणे आरती का बचन कह रहा सी, सहस तव नैन नन नैन है तोहे को, सहस मूर्त नन्ना एक तो ही, सहस पद बिमल नन एक पद गंध बिन, सहस तव गंध इव चलत मोही। मैं तेरे ते मोया गया, गुरु नानक साहब कहते, पर मोया इस करके नहीं गया कि तेरी कोई खास एक शक्ल मैनू दिस गई है। ना ना ना, तू सब शक्लों के पिछे अशकल होके बैठा है। तेरी असल रूपता यही है कि जो तू रूपमान संसार बनाया, मैं ये सही तरह वरतां, सही तरह विचरा ये, बाकी तेरा शुमार कोई नहीं गा। चक्र चिन्ह अर बरन जात अर पात न जे, की बखान करोगे, कहो जी शक्ल है, कहो जी चक्र चिन्ह ने। साहब जिक्र कर दे तेरा अंत ना किन ही लही है। हाँ ये भी ठीक है, अखर कुरेदने, अल्फाज कुरेदने, हरफ कुरेदने, ये बड़े जरूरी ने। तो जरूरी इस करके ने इन्हां दे विचों, क्योंकि ये भी चीज़ देखो, अज फेसबुक का दौर आ, अज दौर आ इस किस्म के नाल फोटोशूट का, इन्हां चीज़ों च लोग गवाच गए हैं। साढ़े घर च गल कही जाती सी, ईवन पूरी दुनिया के लिटरेचर च ही हैगी है, जिहड़ा बंदा हर थां ते बस अपना मूँह ही रखता है, मूँह 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 अगे, बस उन्होंने कहा जाता है मूर्ख है, मूँह ही रखता बस। आ जिहड़ा दौर है सारे का सारा, जे ध्यान नाल देखोगे, मतलब इस बदलते दौर दे विच तुसीं किते होर गवाच गए हाँ। सपोज करो तुसीं किते दूर चले गए, किसी इंडिया तो इत्थे आ गए, इत्थों इंडिया चले गए, तो उसे बैठ के माँ नूं याद करदे हो, पिता नूं याद करदे हो। की याद करोगे? उहदी शक्ल एवें दी सी, उहदा नक एवें दा सी ना। याद आएगा पिता ने मेरे लिए की कीता आ,
ਮਾਂ ਨੇ ਮੇਰੇ ਲਈ ਕੀ ਕੀਤਾ ਆ। ਯਾਦ ਆਏਗਾ ਮਾਂ ਦੀਆਂ ਗੱਲਾਂ ਕੀ ਸੀਗੀਆਂ, ਪਿਤਾ ਦੀਆਂ ਗੱਲਾਂ ਕੀ ਸੀਗੀਆਂ। ਇਹ ਚੀਜ਼ਾਂ ਬੰਦੇ ਦੇ ਨਾਲ ਰਹਿੰਦੀਆਂ ਨੇ। ਇਹੀ ਇਸ ਐਕਚੁਅਲ ਲੈਵਲ 'ਤੇ ਗੁਰੂ ਬਾਬਾ ਜੀ ਕੋਲ ਇੱਕ ਵਾਰੀ ਸਾਨੂੰ ਹਿਸਟੋਰੀਕਲੀ ਮਿਲਦਾ ਹੈ ਕਿ ਇੱਕ ਬੜਾ ਵੱਡਾ ਯੂਰਪੀਅਨ ਚਿੱਤਰਕਾਰ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ। ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨੀ ਰੂਪ ਸੀਗਾ, ਕਿਆ ਆਭਾ ਸਰੀਰ, ਐਡਾ ਸੁਡੋਲ ਦੇਹੀ, ਐਡੇ ਯੋਧੇ, ਮਤਲਬ ਯੋਧੇ ਪੁਰਖ ਸੀਗੇ। ਉਹਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਨੂੰ, ਉਸ ਰੂਪ ਨੂੰ, ਸਾਰੇ ਹੁਸਨ ਦੇ ਦਰਿਆ ਨੂੰ ਛਲਕਦਿਆਂ ਹੋਇਆਂ, ਅਤੇ ਉਹ ਇੱਕਦਮ ਖਿਆਲ ਆਇਆ ਗੁਰੂ ਹਰਗੋਬਿੰਦ ਸਾਹਿਬ ਨੂੰ। ਕਹਿੰਦਾ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਤੁਹਾਡਾ ਇੱਕ ਚਿੱਤਰ ਬਣਾ ਦਿਆਂ। ਚਿੱਤਰ ਬਣਾ ਦੇਣਾ, ਉੱਤੇ ਚਿੱਤਰ ਤੁਹਾਡਾ ਰਹੇਗਾ ਹਮੇਸ਼ਾ ਉਸ ਤਰੀਕੇ ਨਾਲ। ਗੁਰੂ ਹਰਗੋਬਿੰਦ ਸਾਹਿਬ ਹੱਸ ਪਏ ਅਤੇ ਹੱਸ ਕੇ ਕਹਿਣ ਲੱਗੇ ਇਹਨੂੰ ਦੱਸੋ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਚਿੱਤਰ ਦੀ ਆਸਥਾ ਨਹੀਂ, ਚਰਿੱਤਰ ਦੀ ਆਸਥਾ ਆ। ਇੱਥੇ ਗੁਰੂ ਨੇ ਆਪਣੇ ਕਿਰਦਾਰ ਦੀ ਛਾਪ ਛੱਡਣੀ ਹੈ, ਇਸ ਬਹਿਰੂਨੀ ਤੌਰ 'ਤੇ ਨਹੀਂ। ਜਿੱਥੇ ਪਿਤਾ ਦਾ ਵੀ ਰੋਲ ਹੈ ਨਾ, ਮੈਂ ਮਾਫੀ ਚਾਹਾਂਗਾ, ਪਿਤਾ ਦਾ ਰੋਲ ਤਸਵੀਰ ਵਿੱਚ ਨਹੀਂ ਹੈਗਾ। ਪਿਤਾ ਦਾ ਰੋਲ ਉਹਦੀ ਤਜਵੀਜ਼ ਵਿੱਚ, ਉਹਦੀ ਸਿੱਖਿਆ ਵਿੱਚ, ਉਹਦੇ ਕੈਲੀਬਰ ਵਿੱਚ ਆ। ਜਿਹੜਾ ਹੈਪੀ ਫਾਦਰਸ ਜਿਹਦਾ ਕੌਨਸੈਪਟ ਹੈ, ਇਹਨੂੰ ਵੀ ਸਮਝਿਆ ਜਾਏ। ਇੱਥੇ ਸਾਹਿਬ ਨੇ ਬਿਆਨ ਕੀਤਾ, ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ। ਰੱਬ ਦਾ ਰੂਪ ਕੀ ਹੈ ਸਾਡੇ ਵਾਸਤੇ? ਤੂੰ ਦਾਤਾ ਆ, ਤੂੰ ਸਾਡਾ ਨਾਇਕ ਆ, ਰੋਲ ਮਾਡਲ ਆ, ਪ੍ਰਤਿਪਾਲਕ ਆ। ਦੇਖੋ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ, ਆਪਨੇ ਜ਼ਰੂਰ ਬਾਣੀ ਪੜ੍ਹਦੇ ਸੁਣਦੇ ਹੋ, ਜ਼ਰੂਰ ਪੜ੍ਹਿਆ ਸੁਣਿਆ ਹੋਏਗਾ ਕਿ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਜੇ ਭਗਵਾਨ ਨੂੰ ਮਿਲਣਾ ਤਾਂ ਬਾਬਾ ਕਬੀਰ ਜੀ ਕਹਿੰਦੇ ਮੈਂ ਤੈਨੂੰ ਰਾਹ ਪਾ ਰਿਹਾ, ਲੈਟ ਮੀ ਸ਼ੋ ਦ ਪਾਥ ਵਿਚ ਕੈਨ ਟੇਕ ਯੂ ਟੂਵਰਡ ਦ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ ਈਜ਼ੀਲੀ। ਜੀ ਬਾਬਾ ਕਬੀਰ ਜੀ ਕਿਹੜਾ ਰਾਹ ਆ? ਉਹ ਕਹਿੰਦੇ ਰਾਹ ਇਹ ਹੈ ਕਿ ਰੋੜਾ ਹੋਏ ਰਹੋ ਬਾਟਕਾ, ਰਸਤੇ ਦਾ ਰੋੜਾ ਬਣ ਜਾ, ਆਪਣਾ ਗੁਮਾਨ ਹੰਕਾਰ ਸਭ ਛੱਡ ਕੇ ਆਪਣੇ ਆਪ ਨੂੰ ਪੂਰਨ ਡੈਡੀਕੇਟ 'ਚ ਲੈ ਆ, ਫਿਰ ਤੈਨੂੰ ਰੱਬ ਮਿਲ ਜਾਏਗਾ। ਪਰ ਨਾਲ ਹੀ ਰੂਹਾਨੀ ਰੋਕ ਨੇ ਨਾ, ਉਹਨੇ ਕਿਹਾ ਇਕੱਲੇ ਇਹਨੇ ਨਾਲ ਕੰਮ ਨਹੀਂ ਚੱਲਣਾ। ਪਤਾ ਲੱਗਾ ਬਾਬਾ ਕਬੀਰ ਜੀ ਕਹਿੰਦੇ ਆਪਣੀ ਬਾਤ ਨੂੰ ਕਾਊਂਟਰ ਕਰਦੇ, ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਰੋੜਾ हुआ तो क्या भया, पंथी को दुख दे हर जन ऐसा चाहिए ज्यों धरनी मैं खे। ਕਹਿੰਦੇ ਰੋੜਾ ਤੇ ਫਿਰ ਆ, ਜੇ ਕੋਈ ਰਾਹੀ ਤੁਰਿਆ ਜਾਂਦਾ ਹੈ ਪੰਥੀ ਤੇ ਉਹਦਾ ਕੀ ਹੋਏਗਾ? ਪੈਰ ਤੇ ਵੱਜੇਗਾ, ਸੱਟ ਮਾਰੇਗਾ। ਨਹੀਂ, ਰੋੜਾ ਹੋਇਆ ਨਹੀਂ, ਖੇ ਹੋ ਜਾ, ਮਿੱਟੀ ਹੋ ਜਾ, ਬਿਲਕੁਲ ਪਿਸ ਕੇ ਚੂਰਾ ਹੋ ਜਾ ਪੈਰ ਥੱਲੇ, ਫਿਰ ਮਿਲੇਗਾ। ਫਿਰ ਕਿਆ? ਨਹੀਂ, ਇਹ ਵੀ ਆਈਡੀਅਲ ਨਹੀਂ ਹੈਗਾ, ਇਹ ਵੀ ਘੱਟ ਆ। ਕਬੀਰ ਖੇ ਹੁਆ ਤੋ ਕਿਆ ਭਇਆ, ਜੋ ਉੱਡ ਲੱਗਾ ਅੰਗ। ਮਿੱਟੀ ਹੁੰਦੀ ਤੇ ਠੀਕ ਹੈ, ਰੂਪ ਤੇ ਉਹਦਾ ਵਜੂਦ ਕੁਛ ਨਹੀਂ ਹੁੰਦਾ, ਪਰ ਉੱਡਦੀ ਹੈ ਤੇ ਮੈਲ ਲਾਂਦੀ ਹੈ। ਹਰੀ ਦਾ ਜਨ ਐਸਾ ਵੀ ਨਹੀਂ ਚਾਹੀਦਾ, ਬਿਲਕੁਲ ਨਿਰਮਲ ਰੂਪ। क्या खे हुआ तो क्या भया, जो उड़ लागा अंग हर जन ऐसा चाहिए जो पानी सरबंग। मिट्टी तो सिर्फ जिहड़ी है वो बारीक है, मुलायम है, पर फिर भी ठोस आ। पानी तर लिया, लिक्विड, बिल्कुल लिक्विड हो जा, बिल्कुल पानी दे नमिंद हो जा। पर फिर क्या? नहीं, आइडियल ये भी नहीं हैगा। पानी हुआ तो क्या होया, सीरा ताता होए। पानी की मुश्किल ये है, थोड़ा वध ठंड पै जे जम जाता है, थोड़ी वध गर्मी पै जे उबल जाता है। ये भी नहीं होना चाहिए। जिहड़ा आइडियल है वो तो बहुत उच्चा आ। क्या? नहीं, पानी हुआ तो क्या भया, सीरा ताता होए, हर जन ऐसा चाहिए जैसा हर ही होए। हरी दा जन एवें दा चाहिए जिवें हरी है, रब आप ही है, बस वही रोल मॉडल है। दिस इज आइडियल फॉर अस। असी उस अकाल पुरख वाहिगुरू वर्गे बनना आ। जे कोई पिता दे रोल इस तरह करे जिवें रब पिता रोल अदा कर रहा है, बिल्कुल नॉन जजमेंटल, बिल्कुल जीरो एक्सपैक्टेशन दे नाल, अनकंडीशनल लव, ये पिता दा रोल है। जिथे साडियां एक्सपैक्टेशनस हुंदा है, कई बारी हुंदा है, मैं बीते कल ही बात हो रही सी बड़े प्यारे सज्जना दे नाल, तो कहता मेरा बेटा, मैं एक दिन उन्होंने कुछ क्या वो तेनों आ काम क्या सी करने वास्ते तू कीता नहीं, तो मैनू मेरे वाल मूँह करके कहता डैड आई थिंक जिहड़ियां तुहाडियां
ਹਾਇਰ ਐਕਸਪੈਕਟੇਸ਼ਨਸ ਨੇ ਨਾ, ਦੇ ਆਰ ਗਿਵਿੰਗ ਯੂ ਹਾਰਡ ਟਾਈਮ, ਯੂ ਸ਼ੁੱਡ ਵਰਕ ਔਨ ਦੈਮ। ਵੀ ਤੂੰ ਆਪਣੀ ਐਕਸਪੈਕਟੇਸ਼ਨਸ ਇੰਨੀਆਂ ਹਾਈ ਕਰ ਲਈਆਂ। ਦੇਖੋ ਰੱਬ ਜੀ ਨੇ ਸਾਨੂੰ ਜੀਵਨ ਦਿੱਤਾ, ਆਜ਼ਾਦੀ ਦਿੱਤੀ ਪੂਰੀ, ਲੈ ਮਾਣ ਤੂੰ, ਪਿਤਾ ਦਾ ਰੋਲ ਹੈ ਨਾ। ਦੇਖੋ ਤੁਸੀਂ ਜਿੱਥੇ ਕਿਤੇ ਇਹ ਐਕਚੁਅਲੀ ਆਹ ਚੀਜ਼ਾਂ ਨੇ ਸਮਝਣ ਵਾਲੀਆਂ। ਫਿਰ ਇਹੀ ਨਹੀਂ, ਜੇ ਰੱਬ ਨੂੰ ਪਿਤਾ ਮੰਨਣਾ, ਉਹਦੀ ਪੂਜਾ ਕਰਨਾ, ਆਸਥਾ ਕਰਨਾ, ਉਸੇ ਰੱਬ ਪਿਤਾ ਨੇ ਸੰਸਾਰ ਦਾ ਵੀ ਪਿਤਾ ਦਿੱਤਾ ਤੈਨੂੰ ਇੱਕ, ਉਹਨੂੰ ਕਿਵੇਂ ਸਮਝਦਾ ਤੂੰ ਜੇ ਬੇਟੇ ਦੇ ਰੋਲ 'ਚ ਆ ਜਾਏ ਤੇ? ਜੇ ਰੱਬ ਪਿਤਾ ਨੂੰ ਕਹਿਣਾ ਵੀ ਰੱਬ ਪਿਤਾ ਹੈ, ਮੈਂ ਉਹਦੀ ਬੜਾ ਬੜਾ ਸਤਿਕਾਰ ਕਰਦਾ, ਜਿਹੜਾ ਸੰਸਾਰੀ ਪਿਤਾ ਆ ਉਹਨੂੰ ਕਦੀ ਜੀ ਕਹਿ ਕੇ ਵੀ ਨਹੀਂ ਬੁਲਾਉਂਦਾ। ਵਾਟ ਇਜ਼ ਦਿਸ? ਫਿਰ ਤੈਨੂੰ ਰਾਈਟ ਕਿਵੇਂ ਮਿਲਿਆ ਵੀ ਤੂੰ ਪ੍ਰੇਅਰ ਕਰੇ ਉਹਦੀ? ਜੋ ਉਹਨੇ ਦਿੱਤਾ ਹੈ ਤੂੰ ਉਸ ਨੂੰ ਉਸ ਲੈਵਲ ਤੇ ਐਕਸੈਪਟ ਹੀ ਨਹੀਂ ਕਰ ਰਿਹਾ। ਦੋਨਾਂ ਚੀਜ਼ਾਂ ਨੂੰ ਦੇਖੋ ਤੁਸੀਂ। ਇਹ ਹੈ, ਇਹ ਬਾਣੀ ਮਲਟੀ ਡਾਇਮੈਂਸ਼ਨਲ ਵੇ ਦੇ ਨਾਲ ਤੁਹਾਨੂੰ ਸਿੱਖਿਅਤ ਕਰਦੀ, ਤੁਹਾਨੂੰ ਐਜੂਕੇਟ ਕਰਦੀ। ਇਹੀ ਇਨਲਾਈਟਮੈਂਟ ਆ, ਇਹੀ ਹੈ ਰੌਸ਼ਨੀ ਦਿਮਾਗ ਦੀ। ਗੁਰੂ ਬਾਬਾ ਜੀ ਨੇ ਕਿਹਾ, ਤੁਮ ਦਾਤੇ ਠਾकुर प्रतिपालक नायक खसम हमारे, तू मेरा नायक है, खसम है, निमख निमख तुम ही प्रतिपाल, अख दे के कफूर जिन्हें समय तू प्रतिपालना करदा। ਅੱਜ ਤੇ ਕਰੋਨਾ ਵਾਇਰਸ ਵਿੱਚ ਪਤਾ ਲੱਗ ਗਿਆ ਨਾ ਵੀ ਜਿਹੜਾ ਸਾਡਾ ਖਾਸ ਕਰਕੇ ਸਾਰਾ ਰਿਸਪੀਰੇਟਰੀ ਸਿਸਟਮ ਹੈਗਾ, ਮਾੜਾ ਜਿਹਾ ਮਿਊਕਸ ਜਿਹੜਾ ਆ ਵੱਧ ਗਿਆ, ਤੇ ਜਿਹੜੀ ਸਾਹ ਵਾਲੀ ਨਾੜੀ ਉਹਦੇ 'ਚ ਥੋੜ੍ਹਾ ਜਿਹਾ ਆਇਆ ਤੇ ਬੰਦਾ ਡਾਨਿਆ। ਜੇ ਡੀਪ ਲੈਵਲ 'ਤੇ ਦੇਖੋਗੇ ਤੇ ਫੂਡ ਤੇ ਸਾਹ ਦੀ ਨਾੜੀ 'ਚ ਆਪਣੇ ਆਪ ਹੀ ਨੈਚੁਰਲੀ ਤੌਰ 'ਤੇ ਜਿਹੜਾ ਹੈਗਾ ਉਹ ਲੈਡ ਲੱਗਦਾ ਤੇ ਹਟ ਜਾਂਦਾ। ਜੇ ਕਿਤੇ ਫੂਡ ਜਾਂਦਾ ਹੋਇਆ ਅੰਦਰ, ਲੈਡ ਚੱਕਿਆ ਰਹਿ ਜੇ ਸਾਹ ਵਾਲੀ ਨਾੜੀ ਦਾ, ਡਾਨਿਆ। ਨਿਮਕ ਨਿਮਕ ਤੁਮ ਹੀ ਪ੍ਰਤਿਪਾਲੋ। ਮੈਨੂੰ ਅਗਲਾ ਬਚਨ ਲਿਖਿਆ ਹੈ, ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਬੰਦਾ ਇੱਕੋ ਦਿਨ ਸਵੇਰ ਤੋਂ ਸ਼ਾਮ ਤੱਕ ਮਾਪ ਕੇ ਦੇਖੇ ਤੇ ਪਤਾ ਲੱਗੇਗਾ ਕੁਝ ਵੀ ਚੰਗਾ ਨਹੀਂ ਕੀਤਾ, ਫਿਰ ਉਹ ਜੀਵਨ ਦੇ ਰਿਹਾ। ਕਰੋੜਾਂ ਅਪਰਾਧ ਸਾਡੇ ਖੰਡਿਤ ਕਰ ਦਿੰਦਾ। ਅਨਕ ਵਿਧੀ ਸਮਝਾਓ, ਫਿਰ ਉਹ ਸਮਝਾਉਣ ਦੇ ਤਰੀਕੇ ਬੜੇ ਨੇ, ਅਸੀਂ ਨਾ ਸਮਝੀਏ ਗੱਲ ਵੱਖਰੀ ਹੈ। ਹਰ ਤਾਪ ਸੰਤਾਪ ਕਲੇਸ਼ ਝਗੜਾ ਤੁਹਾਨੂੰ ਸਮਝਾਉਣ ਵਾਸਤੇ ਆਉਂਦਾ ਕੁਛ। ਸਮਥਿੰਗ ਇਜ਼ ਨਾਟ ਗੁੱਡ, ਟਰਾਈ ਟੂ ਪੇ ਅਟੈਂਸ਼ਨ ਟੂਵਰਡ ਯੂਰ ਬਿਹੇਵੀਅਰ, ਟੂਵਰਡ ਯੂਰ ਚੋਇਸਿਸ। whole consequences are teaching us, but we are not paying attention. ਮਹਾਰਾਜ ਕਹਿੰਦੇ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ। ਅਲਪ ਮਤ ਹੁੰਦੀ ਥੋੜੀ ਮਤ। ਮਤ ਦਾ ਦਰਿਆ, ਗੁਰੂ ਗ੍ਰੰਥ ਸਾਹਿਬ ਕੱਲਾ ਦਰਿਆ ਵਗ ਰਿਹਾ। ਇਹੋ ਜਿਹੇ ਦਰਿਆ ਧਰਤੀ ਤੇ ਰੱਬ ਨੇ ਵਗਾਏ ਨੇ। ਤੁਸੀਂ ਉਸ ਦਰਿਆ ਵਿੱਚ ਨਹਾਓਗੇ ਤੁਹਾਨੂੰ ਮੱਤ ਆ ਜਾਏਗੀ। ਪਰ ਬੰਦਾ ਕੀ ਹੈ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਓ। ਰੱਬ ਜੀ ਆਪਣਾ ਸੁਭਾਅ ਅਖਤਿਆਰ ਕਰੀ, ਸਾਨੂੰ ਆਪਣੇ ਚਰਨੀ ਲਾ ਲਈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮ ਹੀ ਸਜਣ ਸੁਹੇਲੇ। ਮੈਂ ਤੇਰੀ ਹੀ ਆਸ ਤੇ ਹਾਂ, ਤੇਰੀ ਹੀ ਸ਼ਰਨ ਆ, ਤੇ ਤੂੰ ਹੀ ਮੇਰਾ ਸੁਹੇਲਾ ਸੱਜਣ ਆ। ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ। ਇਹ ਨਾਨਕ ਹੈ, ਮੈਂ ਤੇਰੇ ਘਰ ਦਾ ਗੁਲਾਮ ਹਾਂ, ਗੋਲਾ ਆ। ਮੈਨੂੰ ਰੱਖ ਲਈ, ਮੈਨੂੰ ਬਚਾ ਲਈ, ਮੈਨੂੰ ਪਾਲ ਲਈ, ਤੇ ਪਾਲ ਲਈ ਵਕਾਰਾਂ ਤੋਂ, ਬਚਾ ਲਈ ਅਲਾਮਤਾਂ ਤੋਂ, ਤੇ ਮੈਨੂੰ ਤਰਸ ਕਰਕੇ ਬਖਸ਼ਿਸ਼ ਕਰੀ ਉਸ ਮੱਤ ਦੀ, ਜਿਸ ਮੱਤ ਦੇ ਨਾਲ ਮੈਂ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਕੁਝ ਸਵਾਰ ਸਕਾਂ। ਸਾਹਿਬ ਰਹਿਮਤ ਕਰਨ ਇਹ ਨਾਲਮੀ ਵਾਕਿਆਂ 'ਚੋਂ ਸਾਨੂੰ ਚੰਗੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਭਾਈ ਸਾਹਿਬ ਨੇ ਸਹਿਜ ਪਾਠ ਦਾ ਭੋਗ ਪਾਉਣਾ ਹੈ, ਉਹ ਅਗਲਾ ਪ੍ਰੋਗਰਾਮ ਉਹ ਸੰਭਾਲਣਗੇ। ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਭੁੱਲਾਂ ਗਲਤੀਆਂ ਨਾ ਚਤਾਰਦੇ, ਸਭ ਪ੍ਰੇਮ ਆਵਾਜ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।